ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਕਿ ਕਾਨੂੰਨ ਦੇ ਵਿੱਚ ਸਿੱਖ ਹਿੰਦੂ ਨੇ? ਹਿੰਦੂ ਦੀ ਡੈਫੀਨੇਸ਼ਨ ਜਿਹੜੀ ਦਿੰਦੇ ਹੈ ਉਹ ਬੜੀ ਵਾਈਡ ਹੈ ਕਿ ਜਿਹੜਾ ਬੰਦਾ ਮੁਸਲਿਮ ਕ੍ਰਿਸਚੀਅਨ और पारसी नहीं है ਉਹ ਸਾਰੇ ਹਿੰਦੂ ਹੈ। ਸੋ ਸਾਰੇ ਰੈਜ਼ੀਡੂਅਲ ਬੰਦੇ ਹਿੰਦੂ ਹੈ। ਹਾਲਾਂਕਿ ਜੇ ਤੁਸੀਂ ਬਿਲਕੁਲ ਇੰਪਾਰਸ਼ੀਅਲ ਲੀਗਲੀ ਦੇਖੋ ਤਾਂ ਉਹ ਇਹੀ ਕਹਿ ਰਹੇ ਨੇ ਕਿ ਜਿੰਨੇ ਹੱਕ ਹਿੰਦੂ ਧਰਮ ਦੇ ਹੈ ਉਹਨੇ ਹੱਕ ਸਿੱਖ ਧਰਮ ਦੇ, ਉਹਨੇ ਹੀ ਜੈਨ ਧਰਮ ਦੇ, ਉਹਨੇ ਹੀ ਬੁੱਧਿਸਟ ਧਰਮ ਦੇ। ਮਗਰ ਜੇ ਤੁਸੀਂ ਕਲਚਰਲੀ ਦੇਖੋ, ਹੁਣ ਜੇ ਚੀਜ਼ ਇਹ ਥਾਟ ਜੇ ਤੁਸੀਂ ਇੰਪਲੀਮੈਂਟ ਕਰੋ ਯੂਨੀਫਾਰਮ ਸਿਵਲ ਕੋਡ ਵਿੱਚ, ਤੇ ਇਹਦਾ ਮਤਲਬ ਜੋ ਹਿੰਦੂ ਕਰੇਗਾ ਬਾਕੀ ਸਾਰੇ ਉੱਦਾਂ ਹੀ ਕਰਨਗੇ। ਇਹ ਹਿੰਦੂ ਰਾਸ਼ਟਰ ਦੇ ਵੱਲ ਚੱਲਣ ਵਾਲਾ ਪਹਿਲਾ ਕਦਮ ਹੈ। ਸ਼ੁਰੂਆਤ ਹੈ ਕਿ ਜੋ ਤੁਸੀਂ ਕਹਿਤਾ ਸ਼ੁਰੂ ਕਰਤਾ ਕਿ ਹਿੰਦੂ ਮੀਨਸ ਸਿੱਖ, ਬੁੱਧਿਸਟ ਐਂਡ ਜੈਨ ਆਲਸੋ, ਐਂਡ ਜਦੋਂ ਯੂਨੀਫਾਰਮ ਸਿਵਲ ਕੋਡ ਬਣਾ ਲਓਗੇ ਤੁਸੀਂ ਕਹੋਗੇ ਕਿ ਜੋ ਚੀਜ਼ ਵੀ ਇਹ ਕਾਨੂੰਨ ਬਣੇਗਾ ਔਰ ਉਹ ਕਾਨੂੰਨ ਮੈਜੋਰਟੀ ਕਮਿਊਨਿਟੀ ਦੇ ਵੈਲਿਊ ਸਿਸਟਮ ਦੇ ਬਣਦਾ ਸੀ। ਹਰ ਕਾਨੂੰਨ ਦੇ ਪਿੱਛੇ ਬੜੀ ਹਿਸਟਰੀ ਹੁੰਦੀ ਹੈ। ਹੁਣ ਲੱਗਦਾ ਵੀ ਕਾਗਜ਼ੀ ਪੱਖ ਪਾਸੇ ਜਾਣਾ ਚਾਹੁੰਦੇ ਨੇ ਹਿੰਦੂ ਰਾਸ਼ਟਰ ਬਣਾਉਣ ਨੂੰ, ਜਿਵੇਂ ਯੂਨੀਫਾਰਮ ਸਿਵਲ ਕੋਡ ਹੋ ਗਿਆ। ਜਿਹਨੂੰ ਤੁਹਾਨੂੰ ਪਤਾ ਕਿ ਤੁਹਾਡੇ ਦੇਸ਼ ਦੇ ਲੋਕਾਂ ਨੂੰ ਸਵੀਕਾਰ ਨਹੀਂ ਹੈ ਸਭ ਨੂੰ, ਉਦੋਂ ਫਿਰ ਤੁਸੀਂ ਧੋਖੇ ਨਾਲ ਉਹ ਚੀਜ਼ ਕਰਦੇ ਹੋ ਜਿਹਨੂੰ ਆਪਾਂ ਡਿਸੈਪਸ਼ਨ ਕਹਿੰਦੇ ਹਾਂ। ਤੁਸੀਂ ਕਰਦੇ ਕੁਛ ਹੋਰ ਹੈ, ਕਹਿੰਦੇ ਕੁਛ ਹੋਰ ਹੈ, ਤੁਹਾਡਾ ਮਤਲਬ ਜਾਂ ਇੰਟੈਂਟ ਕੁਛ ਹੋਰ ਹੁੰਦਾ, ਜਿਹਨੂੰ ਆਪਾਂ ਕਹਿੰਦੇ ਨਾ ਕ੍ਰਿਮੀਨਲ। ਆਇਆ ਤਾਂ ਤੁਹਾਡੇ ਘਰ ਆਇਆ ਰੋਟੀ ਮੰਗਣ, ਚੋਰੀ ਕਰਕੇ ਚਲਾ ਗਿਆ, ਇੰਟੈਂਸ਼ਨ ਅੰਦਰ ਸੀ ਉਹਦੀ ਚੋਰ ਦੀ, ਮੰਗਣ ਆਇਆ ਸੀ ਐਜ਼ ਅ ਸੰਨਿਆਸੀ। ਇੰਡੀਆ ਨੂੰ ਜਾਂ ਇਸ ਸਬ ਕੰਟੀਨੈਂਟ ਨੂੰ, ਜਾਂ ਵੱਡੇ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਦੇਖਦੇ ਆ, ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ। 75 ਸਾਲ ਜਾਂ 100 ਸਾਲ ਇਹਨਾਂ ਨੇ ਇਹ ਆਈਡੀਆ ਪ੍ਰੋਪੇਗੇਟ ਕੀਤਾ, ਬੜੀ ਮੁਸ਼ਕਿਲ ਨਾਲ ਹੁਣ ਪਾਵਰ ਵਿੱਚ ਆਏ ਨੇ ਔਰ ਉਹਨੂੰ ਹਰ ਸੰਭਵ ਕੋਸ਼ਿਸ਼ ਨਾਲ ਇੰਪਲੀਮੈਂਟ ਕਰਨਾ ਚਾਹੁੰਦੇ ਨੇ। ਜੇ ਬਾਏ ਵੈਸੇ ਨਹੀਂ ਹੋ ਸਕਿਆ ਤਾਂ ਬਾਏ ਫੋਰਸ ਕਰਨਾ ਚਾਹੁੰਦੇ ਨੇ। ਔਰ ਉਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ, ਜਿਹੜੀ ਸਭ ਤੋਂ ਪਹਿਲਾਂ ਕਿਹੜਾ ਤੁਹਾਡਾ ਓਪੋਨੈਂਟ ਤੁਹਾਡੀ ਗੇਮ ਸਮਝਦਾ ਹੈ, ਜਿਹੜਾ ਮੈਜੋਰਟੀ ਕਮਿਊਨਿਟੀ ਉਹਨਾਂ ਨੂੰ ਤਾਂ ਹਾਲੇ ਸਮਝ ਨਹੀਂ ਆ ਰਹੀ ਕਿ ਇਹਦੇ ਕੌਨਸੀਕੁਐਂਸਿਸ ਕੀ ਹੋਣਗੇ। ਸਰਕਾਰ ਜਿਹੜੀ ਕੇਂਦਰੀ ਸਰਕਾਰ ਹੈ ਜਾਂ ਯੂਨੀਅਨ ਆਫ ਸਟੇਟ ਹੈ, ਉਹ ਕੋਸ਼ਿਸ਼ ਕਰੇਗੀ ਕਿ ਸਾਰੇ ਸਿਟੀਜ਼ਨ ਲਈ, ਸਾਰੇ ਨਾਗਰਿਕਾਂ ਲਈ ਇੱਕ ਯੂਨੀਫਾਰਮ ਸਿਵਲ ਕੋਡ, ਇੱਕੋ ਜਿਹਾ ਜਿਹੜੇ ਸਿਵਲ ਰਾਈਟਸ ਹੈ ਉਹ ਇੱਕੋ ਜਿਹੇ ਅਪਲਾਈ ਹੋਣ ਸਾਰੇ ਨਾਗਰਿਕਾਂ ਉੱਤੇ। ਪਹਿਰਾਵਾ ਬਦਲ ਦਿੱਤਾ ਜਾਏਗਾ, ਤੁਹਾਡਾ ਇੱਕ ਪਹਿਰਾਵਾ ਹੋ ਜਾਊਗਾ। ਜੇ ਕਿਤੇ ਪਬਲਿਕ ਆਪਾਂ ਪਲੇਸ 'ਤੇ ਜਾਂਦੇ ਉੱਥੇ ਪਹਿਰਾਵਾ ਇੱਕ ਹੋਊਗਾ, ਜੇ ਗਵਰਨਮੈਂਟ ਜੋਬ ਕਰਨੀ ਆ, ਸਕੂਲ ਪੜ੍ਹਨ ਜਾਣਾ, ਉੱਥੇ ਪਹਿਰਾਵਾ ਇੱਕ ਹੋਊਗਾ। ਇੱਥੋਂ ਤੱਕ ਲਿਖਿਆ ਗਿਆ ਕਿ ਬੁਰਕਾ ਵੀ ਨਹੀਂ ਹੋਊਗਾ। ਤਾਂ ਹਰ ਡਿਕਟੇਟਰ ਚਾਹੁੰਦਾ ਕਿ ਜਿੱਦਾਂ ਚਾਹੁੰਦਾ ਇਹਦਾ ਫੌਜ ਮਗਰ ਇੱਕੋ ਡਰੈਸ ਹੋ ਜਾਏ। ਮਾਓ ਨੇ ਕੀਤਾ, ਰਸ਼ੀਆ ਵਿੱਚ ਜਿੱਥੇ ਕਮਿਊਨਿਜ਼ਮ ਹੈ ਉੱਥੇ ਵੀ ਕੀਤਾ, ਮਸੋਲਿਨੀ ਨੇ ਵੀ ਕੀਤਾ ਕਿ ਸਾਰੇ ਮਿਲਟਰੀ ਮਗਰ ਬਣਾ ਲਓ, ਮਿਲਟਰੀ ਮਗਰ ਡਿਸਪਲਿਨ ਕਰੋ, ਹਰ ਬੰਦੇ ਨੂੰ ਫੌਜ 'ਚ ਭੇਜ ਦਿਓ, ਹਰ ਬੰਦੇ ਨੂੰ ਉਨੀ ਤਨਖਾਹ ਲਾ ਦਿਓ, ਹਰ ਬੰਦੇ ਜਿੱਦਾਂ ਕਿ ਇੱਕੋ ਗਾਣਾ ਗਾਉਣ। ਇਹ ਸਾਰੀਆਂ ਗੱਲਾਂ ਡਿਕਟੇਟਰਸ਼ਿਪ ਵਿੱਚ ਪੋਸੀਬਲ ਹੈ। ਔਰ ਜਿੱਥੇ ਇਸ ਵੇਲੇ ਸਰਕਾਰ ਦਾ ਜਿਹੜਾ ਮਾਈਂਡ ਸੈਟ ਹੈ ਉਹ ਡਿਕਟੇਟੋਰੀਅਲ ਹੈ, ਉਹ ਸੋਚਦੇ ਹੈ ਕਿ ਜੋ ਅਸੀਂ ਸੋਚਦੇ ਹਾਂ ਉਹੀ ਠੀਕ ਹੈ, ਉਹੀ ਬੈਸਟ ਹੈ। ਹਾਲਾਂਕਿ ਇਹਨਾਂ ਦਾ ਇਲੈਕਸ਼ਨ ਏਜੰਡਾ ਸੀ 1950 55 ਵੀ 70 75 ਸਾਲ ਪਹਿਲਾਂ ਦਾ। ਸੋ ਇਹ ਨਹੀਂ ਹੈ ਕਿ ਇਹਦੇ ਵਿੱਚ ਕੋਈ ਬਰਾਬਰਤਾ ਨਹੀਂ ਹੋ ਜਾਂਦੀ ਕਿ ਸਿਟੀਜ਼ਨ ਬਰਾਬਰ ਹੋ ਜਾਣਗੇ ਜਾਂ ਬੜੀ ਬਰਾਬਰਤਾ ਆ ਜਾਏਗੀ। ਇਹ ਤੁਸੀਂ ਹੈ ਕਿ ਇੱਕ ਦੋਨੋਂ ਅਲੱਗ-ਅਲੱਗ ਚੀਜ਼ਾਂ ਨੂੰ ਜੋੜ ਕੇ ਜੋ ਖਿਚੜੀ ਬਣਾਓਗੇ ਉਹਦਾ ਨੁਕਸਾਨ ਜ਼ਿਆਦਾ ਹੋਏਗਾ, ਫਾਇਦਾ ਬਿਲਕੁਲ ਨਹੀਂ ਹੋਏਗਾ। ਹੁਣ ਇਹ ਕਹਿੰਦੇ ਕਿ ਭਾਸ਼ਾ ਤਾਂ ਚਲੋ ਅਸੀਂ ਲਾਈ ਦਿੱਤੀ ਹੈ ਨੈਸ਼ਨਲ ਲੈਂਗੁਏਜ, ਹਾਲਾਂਕਿ ਦੇ ਕੋਈ ਨੈਸ਼ਨਲ ਲੈਂਗੁਏਜ ਨਹੀਂ। 14 ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਬਿਲਕੁਲ ਨਹੀਂ ਹੈ। ਇਹ 14 ਰੈਕਗਨਾਈਜ਼ ਜਿਹੜੀਆਂ ਭਾਸ਼ਾ ਹੈ ਉਹਨਾਂ 'ਚੋਂ ਇੱਕ ਹੈ। ਅੰਗਰੇਜ਼ੀ ਲਿੰਕ ਲੈਂਗੁਏਜ ਹੈ ਤੇ 14 ਜਿਹੜੀਆਂ ਦਿੱਤੀਆਂ ਹੋਈਆਂ ਕਿ ਇਹ ਸਾਰੀਆਂ ਭਾਸ਼ਾ ਬਰਾਬਰ ਹੈ। ਇਸ ਕਰਕੇ ਹਰ ਸਟੇਟ ਨੂੰ ਆਪਣਾ ਹੱਕ ਹੈ, ਇਸ ਲਈ ਪੰਜਾਬ ਵਿੱਚ ਪੰਜਾਬੀ ਚੱਲ ਰਹੀ ਹੈ। ਸੰਵਿਧਾਨ ਦਾ ਮਤਲਬ ਬਿਲਕੁਲ ਸਿੱਧਾ ਹੈ ਕਿ 14 ਰੈਕਗਨਾਈਜ਼ ਭਾਸ਼ਾ ਹੈ। ਮੇਜਰ ਭਾਸ਼ਾ ਵਿੱਚ ਪੰਜਾਬੀ ਵੀ ਆਉਂਦੀ, ਮਰਾਠੀ ਵੀ ਆਉਂਦੀ, ਤੇ ਜਿਹੜੀਆਂ ਵੱਡੀਆਂ ਭਾਸ਼ਾ ਹੈ ਤੇ ਉਹਨਾਂ ਵਿੱਚੋਂ ਇੱਕ ਹਿੰਦੀ ਵੀ ਹੈ। ਤੇ ਜਿਹੜੀ ਵਰਕਿੰਗ ਜਾਂ ਲਿੰਕ ਲੈਂਗੁਏਜ ਹੈ ਉਹ ਹਿੰਦੁਸਤਾਨੀ ਅੰਗਰੇਜ਼ੀ ਹੋਏਗੀ। ਇਸੇ ਸਕੀਮ ਨਾਲ ਚੱਲਿਆ, ਅਸੀਂ 70 ਸਾਲ ਚੱਲ ਰਹੇ ਨੇ, ਪਿਛਲੇ 10 ਸਾਲ ਤੋਂ ਰੌਲਾ ਪਾ ਰਿਹਾ ਕਿ ਔਰ ਨੈਸ਼ਨਲ ਲੈਂਗੁਏਜ ਜਦੋਂ 1956 ਵਿੱਚ ਨਹਿਰੂ ਨੇ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਬੜੀ ਪ੍ਰੋਟੈਸਟ ਹੋਈ ਸੀ। ਨਾਰਥ ਨੇ ਜਾਂ ਤਮਿਲਨਾਡੂ ਨੇ ਤਾਂ ਇਹ ਵੀ ਕਹਿਤਾ ਸੀ ਕਿ ਜੇ ਤੁਸੀਂ ਜ਼ਬਰਦਸਤੀ ਸਾਡੇ 'ਤੇ ਭਾਸ਼ਾ ਇੰਪੋਜ਼ ਕਰੋਗੇ ਅਸੀਂ ਅਲੱਗ ਹੋ ਜਾਵਾਂਗੇ। ਇਸ ਦੇਸ਼ ਵਿੱਚ ਕਈ ਧਰਮ ਦੇ ਲੋਕ ਰਹਿੰਦੇ ਨੇ ਜਿਨ੍ਹਾਂ ਦਾ ਪਹਿਰਾਵਾ ਅਲੱਗ ਹੈ, ਪਹਿਰਾਵੇ ਦੇ ਨਾਲ ਨਾਲ ਖਾਣ ਪੀਣ ਅਲੱਗ ਹੈ। ਕੀ ਸੋਚ ਸਕਦੇ ਹੋ ਕਿ ਜਦੋਂ ਪਹਿਰਾਵਾ ਅਤੇ ਖਾਣ ਪੀਣ ਨੂੰ ਲੈ ਕੇ ਟਿੱਪਣੀਆਂ ਹੋਣੀਆਂ ਸ਼ੁਰੂ ਹੋ ਜਾਣ ਤਾਂ ਲੋਕ ਜਾਂ ਦੇਸ਼ ਕਿਹੜੇ ਪਾਸੇ ਜਾ ਰਿਹਾ ਹੈ? ਯੂਨੀਫਾਰਮ ਸਿਵਲ ਕੋਡ ਦੀ ਗੱਲਬਾਤ ਹੁੰਦੀ ਹੈ, ਮੁੱਦਾ ਚਰਚਾ ਵਿੱਚ ਰਹਿੰਦਾ ਹੈ ਕਿ ਇਹ ਜੇ ਲਾਗੂ ਹੋ ਜਾਂਦਾ ਤਾਂ ਇਸ ਦੇ ਕੀ ਸਿੱਟੇ ਨਿਕਲ ਸਕਦੇ ਨੇ, ਕਿ ਸਾਰਿਆਂ ਨੂੰ ਹੀ ਇੱਕ ਡਰੈਸ ਕੋਡ ਵਿੱਚ ਰਹਿਣਾ ਪੈਣਾ ਜਾਂ ਸਾਰਿਆਂ ਦਾ ਪਹਿਰਾਵਾ ਵੀ ਬਦਲਿਆ ਜਾ ਸਕਦਾ। ਇਸ ਉੱਪਰ ਚਰਚਾ ਕਰਾਂਗੇ ਕਿ ਇਹ ਕਾਨੂੰਨ ਹੈ ਕੀ। ਸੋਸ਼ਲ ਮੀਡੀਆ ਉੱਤੇ ਜਿੰਨੀ ਵੀ ਗੱਲ ਲਿਖੀ ਜਾਂਦੀ ਹੈ ਉਹ ਸੱਚ ਨਹੀਂ ਹੁੰਦੀ। ਕੋਈ ਕਹਿ ਰਿਹਾ ਕਿ ਇਹ ਲਾਗੂ ਹੋ ਚੁੱਕਿਆ, ਕੋਈ ਕਹਿ ਰਿਹਾ ਕਿ ਬਿੱਲ ਪਾਸ ਹੋ ਜਾਊਗਾ, ਕੋਈ ਕਹਿ ਰਿਹਾ ਕਿ ਇਸ ਉੱਪਰ ਚਰਚਾ ਚੱਲਦੀ ਪਈ ਹੈ। ਸਭ ਦੇ ਅਲੱਗ-ਅਲੱਗ ਤਰਕ ਨੇ, ਪਰ ਇਸ
ਉੱਪਰ ਚਾਨਣਾ ਪਾਵਾਂਗੇ। ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰਾਜਵਿੰਦਰ ਸਿੰਘ ਬੈਂਸ। ਗੱਲਬਾਤ ਕਰਾਂਗੇ ਯੂਨੀਫਾਰਮ ਸਿਵਲ ਕੋਡ ਹੈ ਕੀ। ਸਰ, ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਚਰਚਾ ਬਣਿਆ ਹੋਇਆ ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ, ਇਹ ਹੈ ਕੀ ਕਾਨੂੰਨ ਯੂਨੀਫਾਰਮ ਸਿਵਲ ਕੋਡ? ਨਹੀਂ, ਹਲੇ ਕਾਨੂੰਨ ਨਹੀਂ ਹੈ। ਅਕਸਰ ਜਿਹੜੇ ਸਿਟੀਜ਼ਨ ਦੇ ਹੱਕ ਹੈ ਨਾ ਜਾਂ ਰਾਈਟਸ ਹੈ, ਉਹ ਦੋ ਵੱਡੇ ਹਿੱਸਿਆਂ 'ਚ ਵੰਡੇ ਜਾਂਦੇ ਆ। ਇੱਕ ਤਾਂ ਕ੍ਰਿਮੀਨਲ ਰਾਈਟਸ ਹੈ ਜਾਂ ਕ੍ਰਿਮੀਨਲ ਪ੍ਰੋਸੀਜਰ ਹੈ। ਜੇ ਤੁਸੀਂ ਕੋਈ ਕ੍ਰਾਈਮ ਕਰਦੇ ਹੋ ਤਾਂ ਸਰਕਾਰ ਜਾਂ ਗਵਰਨਮੈਂਟ ਜਾਂ ਪ੍ਰੋਸੀਕਿਊਸ਼ਨ ਤੁਹਾਡੇ ਖਿਲਾਫ ਕਿੱਦਾਂ ਪ੍ਰੋਸੀਡ ਕਰੇਗੀ, ਅਤੇ ਉਹ ਤਾਂ ਤਕਰੀਬਨ ਸਾਰੇ ਕੰਟਰੀਆਂ ਵਿੱਚ ਸੇਮ ਹੀ ਹੁੰਦਾ। ਜੇ ਤੁਸੀਂ ਚੋਰੀ ਕੀਤੀ ਹੈ, ਤੁਹਾਡੀ ਸਜ਼ਾ ਕਲਕੱਤਾ ਵਿੱਚ ਵੀ ਸੇਮ ਹੈ ਅਤੇ ਦਿੱਲੀ ਵਿੱਚ ਵੀ ਸੇਮ ਹੈ, ਪੰਜਾਬ ਵਿੱਚ ਵੀ ਸੇਮ ਹੈ। ਜੇ ਤੁਸੀਂ ਕਿਸੇ ਦਾ ਕਤਲ ਕੀਤਾ 302 ਸਭ ਨੂੰ ਉਮਰ ਕੈਦ ਮਿਲਦੀ ਹੈ। ਸਾਰੇ ਦੇਸ਼ ਵਿੱਚ ਇੱਕੋ ਹੀ ਕ੍ਰਿਮੀਨਲ ਕੋਡ ਹੈ, ਉਹਨੂੰ ਕਹਿੰਦੇ ਕ੍ਰਿਮੀਨਲ ਸਿਵਲ। ਜਿਹੜਾ ਕ੍ਰਿਮੀਨਲ ਕੋਡ ਹੈ ਉਹ ਇੱਕੋ ਹੀ ਹੈ। ਦਾ ਕ੍ਰਿਮੀਨਲ ਲਾਅ ਸੇਮ ਹੈ ਸਾਰੇ ਸਿਟੀਜ਼ਨ ਲਈ। ਸਿਮਿਲਰਲੀ ਜਿਹੜੇ ਕੌਨਸਟੀਟਿਊਸ਼ਨਲ ਰਾਈਟਸ ਹੁੰਦੇ ਉਹ ਵੀ ਆਲਮੋਸਟ ਸੇਮ ਹੀ ਹੁੰਦੇ, ਕਿਉਂਕਿ ਸਾਰੇ ਸਿਟੀਜ਼ਨਸ ਹੈ। ਸਿਟੀਜ਼ਨਸ਼ਿਪ ਦਾ ਥੋੜ੍ਹਾ ਹੱਕ ਹੈ, ਕਿਤੇ ਰਹਿਣ ਦਾ ਹੱਕ ਹੈ, ਕਿਤੇ ਜਾਣ ਦਾ ਹੱਕ ਹੈ। ਕਿਤੇ ਜਗ੍ਹਾ ਤੁਸੀਂ ਅਫਰਮੇਟਿਵ ਐਕਸ਼ਨ ਲੈਂਦੇ ਹੋ ਕਿ ਜਿੱਦਾਂ ਟਰਾਈਬਲ ਏਰੀਆ ਨੂੰ ਪ੍ਰੋਟੈਕਸ਼ਨ ਦੇਣੀ, ਉੱਥੇ ਤੁਸੀਂ ਪ੍ਰੋਪਰਟੀ ਨਹੀਂ ਖਰੀਦ ਸਕਦੇ, ਬਾਕੀ ਜਗ੍ਹਾ ਖਰੀਦ ਸਕਦੇ ਹੋ। ਅਤੇ ਜਿਹੜੇ ਕ੍ਰਿਮੀਨਲ ਤੋਂ ਇਲਾਵਾ ਸਾਰੇ ਰਾਈਟਸ ਹੈ ਉਹਨਾਂ ਨੂੰ ਆਪਾਂ ਸਿਵਲ ਰਾਈਟਸ ਕਹਿੰਦੇ ਹਾਂ। ਜਿੱਦਾਂ ਮੈਰਿਜ ਦਾ ਰਾਈਟ, ਡਿਵੋਰਸ ਕਿਹਨਾਂ ਗਰਾਊਂਡ ਵਿੱਚ ਹੋ ਸਕਦਾ, ਪ੍ਰੋਪਰਟੀ ਡੈਥ ਤੋਂ ਬਾਅਦ ਫਾਦਰ ਦੀ ਜਾਂ ਕਿਸੇ ਬੰਦੇ ਦੀ ਕਿਸ ਤਰ੍ਹਾਂ ਜਾਏਗੀ, ਡਿਵਾਈਡ ਹੋਏਗੀ ਤੁਹਾਡੇ ਲੀਗਲ ਏਅਰ ਵਿੱਚ, ਤੁਹਾਡੇ ਬੱਚਿਆਂ ਦੇ ਵਿੱਚ, ਵੈਦਰ ਪਹਿਲੇ ਬੱਚੇ ਨੂੰ ਜਾਣੀ ਹੈ ਜਾਂ ਸਭ ਨੂੰ ਬਰਾਬਰ ਜਾਣੀ ਹੈ। ਅਤੇ ਇਹ ਜਿਹੜੇ ਜਿਹਨਾਂ ਨੂੰ ਆਪਾਂ ਪਰਸਨਲ ਲਾਅ ਵੀ ਕਈ ਵਾਰੀ ਕਹਿ ਦਿੰਦੇ ਹਾਂ। ਜਿੱਦਾਂ ਮੁਸਲਮਾਨਾਂ ਦੇ ਜਿਹੜੇ ਪਰਸਨਲ ਲਾਅਜ਼ ਹੈ, ਹਿੰਦੂਜ਼ ਦੇ ਪਰਸਨਲ ਲਾਅਜ਼ ਬਹੁਤ ਅਲੱਗ ਨੇ, ਕ੍ਰਿਸਚਨ ਦੇ ਵੀ ਥੋੜ੍ਹੇ ਅਲੱਗ ਹੈ, ਪਾਰਸੀ ਦੇ ਵੀ ਥੋੜ੍ਹੇ ਅਲੱਗ ਹੈ। ਜੇ ਤੁਸੀਂ ਗੋਆ ਵੀ ਦੇਖੋ ਤਾਂ ਪੋਰਟੁਗੀਜ਼, ਉਹ 500 ਸਾਲ ਪੋਰਟੁਗੀਜ਼ ਥੱਲੇ ਰਹੇ ਹੈ, ਤਾਂ ਉਹਨਾਂ ਦੇ ਜਿਹੜੇ ਪ੍ਰੋਪਰਟੀ ਐਂਡ ਮੈਰਿਜ ਲਾਅ ਥੋੜ੍ਹੇ ਅਲੱਗ ਹੈ, ਉਹ ਪੋਰਟੁਗੀਜ਼ ਦੇ ਪੈਟਰਨ 'ਤੇ। ਅਤੇ ਇਹਨਾਂ ਨੂੰ ਜਿਹੜੇ ਪਰਸਨਲ ਲਾਅਜ਼ ਕਹਿ ਲਈਏ ਜਾਂ ਨੌਨ ਕ੍ਰਿਮੀਨਲ ਲਾਅਜ਼ ਜਾਂ ਕ੍ਰਿਮੀਨਲ ਕੋਡ ਦਾ ਜਿਹੜਾ ਨਹੀਂ ਹਿੱਸਾ ਹੈਗਾ, ਉਹ ਸਾਰੇ ਰਾਈਟਸ ਨੂੰ ਇਕੱਠਾ ਕਰਕੇ ਆਪਾਂ ਸਿਵਲ ਕੋਡ ਕਹਿੰਦੇ ਹਾਂ। ਉਹਦੇ ਤੁਹਾਡੇ ਐਜੂਕੇਸ਼ਨ ਰਾਈਟਸ ਆ ਜਾਂਦੇ, ਤੁਹਾਡੇ ਮੈਰਿਜ ਰਾਈਟਸ ਆ ਜਾਂਦੇ, ਤੁਹਾਡੇ ਪ੍ਰੋਪਰਟੀ ਰਾਈਟਸ ਆ ਜਾਂਦੇ ਆ, ਤੁਹਾਡੇ ਟੈਸਟਾਮੈਂਟ ਕੇ ਵਿਲ ਲਿਖ ਕੇ ਪ੍ਰੋਪਰਟੀ ਟ੍ਰਾਂਸਫਰ ਕਰਨ ਦੇ ਰਾਈਟਸ ਵੀ ਆ ਜਾਂਦੇ ਆ, ਉਹਦਾ ਪ੍ਰੋਸੀਜਰ ਵੀ ਆ ਜਾਂਦਾ। ਤੋ ਉਹਨਾਂ ਨੂੰ ਆਪਾਂ ਵੇਗਲੀ ਸੰਵਿਧਾਨ ਵਿੱਚ ਲਿਖਿਆ ਹੈ 44 ਵਿੱਚ ਕਿ ਸਰਕਾਰ ਜਿਹੜੀ ਕੇਂਦਰੀ ਸਰਕਾਰ ਹੈ ਜਾਂ ਯੂਨੀਅਨ ਆਫ ਸਟੇਟ ਹੈ, ਉਹ ਕੋਸ਼ਿਸ਼ ਕਰੇਗੀ ਕਿ ਸਾਰੇ ਸਿਟੀਜ਼ਨ ਲਈ, ਸਾਰੇ ਨਾਗਰਿਕਾਂ ਲਈ ਇੱਕ ਯੂਨੀਫਾਰਮ ਸਿਵਲ ਕੋਡ, ਇੱਕੋ ਜਿਹਾ ਜਿਹੜੇ ਸਿਵਲ ਰਾਈਟਸ ਹੈ ਉਹ ਇੱਕੋ ਜਿਹੇ ਅਪਲਾਈ ਹੋਣ ਸਾਰੇ ਨਾਗਰਿਕਾਂ ਉੱਤੇ। ਇਹ ਉਹਨਾਂ ਨੇ ਕਿਹਾ ਕਿ ਜਿਹੜੇ ਚੈਪਟਰ ਵਿੱਚ ਹੈ, ਇਹ ਨਹੀਂ ਕਿਹਾ ਕਿ ਜ਼ਰੂਰ ਕਰੇਗੀ, ਇਹ ਕਹਿੰਦੇ ਕਿ ਜੇ ਡਾਇਰੈਕਟਿਵ ਪ੍ਰਿੰਸੀਪਲਸ ਹੈ ਕਿ ਸਰਕਾਰ ਨੂੰ ਇਹ ਗਾਈਡੈਂਸ ਦਿੱਤੀ ਜਾਂਦੀ ਉਹ ਕਰ ਸਕਦੀ ਹੈ। ਹੁਣ ਇਹ ਜਿਹੜਾ ਡਾਇਰੈਕਟਿਵ ਪ੍ਰਿੰਸੀਪਲ ਹੈ ਸਾਡੇ ਸੰਵਿਧਾਨ ਵਿੱਚ, ਉਹ ਇੱਕ ਤਰ੍ਹਾਂ ਦੀ ਪਾਇਸ ਵਿਸ਼ਿਜ਼ ਹੈ, ਉਹ ਅਸੀਂ ਕੋਰਟ ਵਿੱਚ ਇਨਫੋਰਸ ਨਹੀਂ ਕਰ ਸਕਦੇ। ਜਿਸਦਾ ਕਹਿੰਦੇ ਕਿ ਸਭ ਨੂੰ ਐਡਿਕੁਏਟ ਰੋਟੀ ਮਿਲੇ, ਮਗਰ ਸਰਕਾਰ ਨਹੀਂ ਕਰਦੀ ਤਾਂ ਅਸੀਂ ਕੁਛ ਨਹੀਂ ਕਰ ਸਕਦੇ। ਸਭ ਨੂੰ ਨੌਕਰੀ ਮਿਲੇ, ਸਭ ਦਾ ਵੈਲਫੇਅਰ ਹੋਵੇ, ਸਾਰੇ ਲੋਕਾਂ ਦਾ ਜਿਹੜਾ ਸਾਇੰਟੀਫਿਕ ਐਟੀਟਿਊਡ ਹੋਵੇ, ਇਹ ਵੀ ਲਿਖਿਆ ਹੋਇਆ। ਸਾਇੰਟੀਫਿਕ ਐਟੀਟਿਊਡ ਹੋਵੇ, ਸਾਡਾ ਪ੍ਰਧਾਨ ਮੰਤਰੀ ਕਿੰਨਾ ਸਾਇੰਟੀਫਿਕ ਆਪਾਂ ਦੇਖ ਚੁੱਕੇ ਹਾਂ ਕਿ ਸਾਰੇ ਲੋਕਾਂ ਨੂੰ ਬਰਾਬਰ ਦਾ ਜਿਹੜੀ ਇਨਕੁਐਲਿਟੀ ਆਫ ਇਨਕਮ ਨਾ ਹੋਵੇ, ਇਹ ਵੀ ਲਿਖਿਆ ਹੋਇਆ। ਮੇਰਾ ਸਾਡੇ ਵਿੱਚ ਇਨਕੁਐਲਿਟੀ ਵਧੀ ਜਾ ਰਹੀ ਹੈ, ਅਮੀਰ ਹੋਈ ਜਾ ਰਿਹਾ, ਗਰੀਬ ਹੋ ਜਾ ਰਿਹਾ। ਸਾਰੀਆਂ ਚੰਗੀਆਂ ਗੱਲਾਂ ਉਹਨਾਂ ਨੇ ਡਾਇਰੈਕਟਿਵ ਪ੍ਰਿੰਸੀਪਲ ਵਿੱਚ ਲਿਖੀਆਂ ਹੋਈਆਂ, ਮਗਰ ਉਹਨਾਂ ਨੂੰ ਤੁਸੀਂ ਇਨਫੋਰਸ ਨਹੀਂ ਕਰਾ ਸਕਦੇ। ਪਾਰਲੀਮੈਂਟ ਲਾਅ ਬਣਾ ਸਕਦੀ ਹੈ ਕਿਸੇ ਦੇ ਵੀ, ਉਹ ਤਾਂ ਉਹਨਾਂ ਦੀ ਅਲੱਗ ਲਿਸਟ ਹੈ, ਉਹਦੇ ਵਿੱਚ ਡਾਇਰੈਕਟਿਵ ਪ੍ਰਿੰਸੀਪਲ ਦਾ ਕੋਈ ਰੋਲ ਨਹੀਂ ਹੈ। ਲਿਸਟ 1 ਸੈਂਟਰਲ ਗਵਰਨਮੈਂਟ ਦੀ, ਲਿਸਟ 2 ਸਟੇਟ ਕੋਲ ਕਿੰਨੇ ਅਧਿਕਾਰ ਹੈ, ਲਿਸਟ 3 ਜਿਹੜੀ ਹੁੰਦੀ ਕਨਕਰੈਂਟ। ਅਤੇ ਜਿਹੜੇ ਪਰਸਨਲ ਰਾਈਟ ਹੈ ਜਾਂ ਸਿਵਲ ਰਾਈਟਸ ਹੈ ਉਹ ਕਨਕਰੈਂਟ ਲਿਸਟ ਵਿੱਚ ਹੈ ਕਿ ਮੈਰਿਜ 'ਤੇ ਕੇਂਦਰੀ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ, ਸਟੇਟ ਗਵਰਨਮੈਂਟ ਵੀ ਬਣਾ ਸਕਦੀ। ਪ੍ਰੋਪਰਟੀਜ਼ 'ਤੇ ਕਿਵੇਂ ਪ੍ਰੋਪਰਟੀ ਦਾ ਸਕਸੈਸ਼ਨ ਹੋਣਾ, ਡਿਵਾਈਡ ਹੋਣਾ, ਉਹ 'ਤੇ ਸੈਂਟਰਲ ਗਵਰਨਮੈਂਟ ਵੀ ਬਣਾ ਸਕਦੀ ਹੈ ਅਤੇ ਸਟੇਟ ਗਵਰਨਮੈਂਟ ਵੀ ਆਪਣੀ ਸਟੇਟ ਲਈ ਬਣਾ ਸਕਦੀ ਹੈ। ਤਾਂ ਇਹ ਕਨਕਰੈਂਟ ਲਿਸਟ ਹੈ ਜਿਹਨਾਂ 'ਤੇ ਦੋਨੋਂ ਬਣਾ ਸਕਦੇ ਨੇ। ਜਿੱਥੇ ਕੌਨਫਲਿਕਟ ਹੋਵੇ ਫਿਰ ਸੈਂਟਰਲ ਗਵਰਨਮੈਂਟ ਦਾ ਜਿਹੜਾ ਕਾਨੂੰਨ ਬਣਾਇਆ ਉਹ ਓਵਰਰਾਈਡ ਕਰਦਾ ਸਟੇਟ ਗਵਰਨਮੈਂਟ ਨੂੰ। ਸੋ ਇਹ ਹੈ ਆਰਡੀਨਰੀ ਸਿਵਲ ਰਾਈਟਸ ਕਹਿ ਲਓ ਜਾਂ ਸਿਵਲ ਕੋਡ ਕਹਿ ਲਓ। ਹੁਣ ਹਿੰਦੁਸਤਾਨ ਬੜਾ ਡਾਇਵਰਸ ਕੰਟਰੀ, ਤਾਂ ਇਹਨੂੰ ਕਿਹਾ ਸੀ ਯੂਨੀਅਨ ਆਫ ਸਟੇਟਸ। 1600 ਜਿੱਥੇ ਭਾਸ਼ਾ ਔਰ ਡਾਇਲੈਕਟਸ ਹੋਣ, ਜਿੱਥੇ ਤਕਰੀਬਨ ਹਰ ਸਟੇਟ ਦੀ ਭਾਸ਼ਾ ਵੀ ਅਲੱਗ ਹੈ, ਡਰੈਸ ਵੀ ਅਲੱਗ ਹੈ, ਡਾਂਸ ਵੀ ਅਲੱਗ ਹੈ, ਕਲਚਰ ਵੀ ਅਲੱਗ ਹੈ, ਅਤੇ ਉਹਨਾਂ ਦਾ ਰਹਿਣ ਸਹਿਣ ਦਾ ਢੰਗ ਵੀ ਅਲੱਗ ਹੈ, ਅਤੇ ਉਹਨਾਂ ਦੇ ਖਾਣ ਪੀਣ ਦਾ ਢੰਗ ਵੀ ਅਲੱਗ ਹੈ, ਅਤੇ ਉਹਨਾਂ ਦੇ ਵੇ ਆਫ ਕੁਕਿੰਗ ਵੀ ਅਲੱਗ ਹੈ, ਅਤੇ ਚਾਹ ਦਾ ਸਵਾਦ ਵੀ ਤੁਹਾਡਾ ਹਰ ਸਟੇਟ ਵਿੱਚ ਬਦਲ ਜਾਂਦਾ। ਇੰਨੀ ਜ਼ਿਆਦਾ ਭਿੰਨਤਾ ਕਹਿ ਲਓ, ਡਾਇਵਰਸਿਟੀ ਹੈ, ਤਾਂ ਵੀ ਇੱਕ ਦੇਸ਼ ਦਾ ਹਿੱਸਾ ਹੈ, ਖੂਬਸੂਰਤੀ ਹੈ। ਤਾਂ ਉੱਦਾਂ ਦੇ ਦੇਸ਼ 'ਤੇ ਇੱਕ ਤੁਸੀਂ ਕਾਮਨ ਚੀਜ਼ ਇੰਪੋਜ਼ ਕਰਨੀ, ਜਿੱਦਾਂ ਇੱਕ ਭਾਸ਼ਾ ਇੰਪੋਜ਼ ਕਰਨੀ, ਇਹਦੇ ਲਈ ਹਮੇਸ਼ਾ ਰੈਜ਼ਿਸਟੈਂਸ ਹੁੰਦੀ ਹੈ। ਕਦੇ ਵੀ ਐਡੇ ਵੱਡੇ ਦੇਸ਼ ਵਿੱਚ ਇੱਕ ਭਾਸ਼ਾ ਨਹੀਂ ਚੱਲ ਸਕਦੀ। ਹੁਣ ਇਹ ਕਹਿੰਦੇ ਕਿ ਭਾਸ਼ਾ ਤਾਂ ਚਲੋ ਅਸੀਂ ਲਾਈ ਦਿੱਤੀ ਹੈ
नेशनल लैंग्वेज, हालांकि देश कोई नेशनल लैंग्वेज नहीं है। 14 हिंदी राष्ट्रीय भाषा नहीं है? नहीं, बिल्कुल नहीं है। ये 14 रैकगनाइज ਜਿਹੜੀਆਂ ਭਾਸ਼ਾ ਹੈ ਉਹਨਾਂ ਵਿੱਚੋਂ ਇੱਕ ਹੈ। ਅੰਗਰੇਜ਼ੀ ਲਿੰਕ ਲੈਂਗੁਏਜ ਹੈ ਤੇ 14 ਜਿਹੜੀਆਂ ਦਿੱਤੀਆਂ ਹੋਈਆਂ ਕਿ ਇਹ ਸਾਰੀਆਂ ਭਾਸ਼ਾ ਬਰਾਬਰ ਹੈ, ਇਸ ਕਰਕੇ ਹਰ ਸਟੇਟ ਨੂੰ ਆਪਣਾ ਹੱਕ ਹੈ। ਇਸ ਲਈ ਪੰਜਾਬ ਵਿੱਚ ਪੰਜਾਬੀ ਚੱਲ ਰਹੀ ਹੈ ਤੇ ਕੋਈ ਮਜਬੂਰ ਨਹੀਂ ਕਰ ਸਕਦਾ ਪੰਜਾਬ ਗਵਰਨਮੈਂਟ ਨੂੰ ਕਿ ਤੁਸੀਂ ਸਿਰਫ ਹਿੰਦੀ ਵਿੱਚ ਹੀ ਕੰਮ ਕਰੋ। ਪੰਜਾਬ ਚਾਹੇ ਤਾਂ ਹਿੰਦੀ ਵਿੱਚ ਲਿਖ ਸਕਦਾ, ਕਿਉਂਕਿ ਜਿਹੜੀ ਲਿੰਕ ਲੈਂਗੁਏਜ ਉਹਦਾ ਇੱਕ ਫਾਇਦਾ ਹੈ। ਕਦੀ ਅੰਗਰੇਜ਼ੀ ਲਿੰਕ ਲੈਂਗੁਏਜ, ਹਲੇ ਵੀ ਲਿੰਕ ਲੈਂਗੁਏਜ ਹੈ, ਹਿੰਦੀ ਹੌਲੀ ਹੌਲੀ ਲਿੰਕ ਲੈਂਗੁਏਜ ਬਣਦੀ ਜਾ ਰਹੀ ਹੈ। ਬਟ ਇਹ ਕਹਿਣਾ ਕਿ ਨੈਸ਼ਨਲ ਲੈਂਗੁਏਜ ਮੀਨਸ ਕਿ ਜੇ ਤੁਸੀਂ ਉਹ ਨਹੀਂ ਕਰਦੇ ਤਾਂ ਤੁਸੀਂ ਤੁਹਾਡੇ ਕੋਈ ਨੈਸ਼ਨਲ ਸਿਟੀਜ਼ਨਸ਼ਿਪ ਦੇ ਥੋੜ੍ਹੇ ਹੱਕ ਘੱਟ ਹੈ ਜਾਂ ਤੁਸੀਂ ਕਿਸੇ ਦੇ ਖਿਲਾਫ ਕਰ ਰਹੇ ਹੋ ਜੇ ਤੁਸੀਂ ਹਿੰਦੀ ਨਹੀਂ ਬੋਲ ਰਹੇ। ਇਹਦਾ ਮਤਲਬ ਬਹੁਤ ਉਲਟਾ ਹੈ। ਸੰਵਿਧਾਨ ਦਾ ਮਤਲਬ ਬਿਲਕੁਲ ਸਿੱਧਾ ਹੈ ਕਿ 14 ਰੈਕਗਨਾਈਜ਼ ਭਾਸ਼ਾ ਹੈ। ਮੇਜਰ ਭਾਸ਼ਾ ਵਿੱਚ ਪੰਜਾਬੀ ਵੀ ਆਉਂਦੀ, ਮਰਾਠੀ ਵੀ ਆਉਂਦੀ, ਤਾਂ ਜਿਹੜੀਆਂ ਵੱਡੀਆਂ ਭਾਸ਼ਾ ਹੈ ਅਤੇ ਉਹਨਾਂ ਵਿੱਚੋਂ ਇੱਕ ਹਿੰਦੀ ਵੀ ਹੈ। ਅਤੇ ਜਿਹੜੀ ਵਰਕਿੰਗ ਜਾਂ ਲਿੰਕ ਲੈਂਗੁਏਜ ਹੈ ਉਹ ਹਿੰਦੁਸਤਾਨੀ ਅੰਗਰੇਜ਼ੀ ਹੋਏਗੀ। ਇਸੇ ਸਕੀਮ ਨਾਲ ਚੱਲਿਆ ਹੋਇਆ ਸੀ, 70 ਸਾਲ ਚੱਲ ਰਹੇ ਨੇ। ਪਿਛਲੇ 10 ਸਾਲ ਤੋਂ ਰੌਲਾ ਪਾ ਰਿਹਾ ਕਿ ਔਰ ਨੈਸ਼ਨਲ ਲੈਂਗੁਏਜ ਜਦੋਂ 1956 ਵਿੱਚ ਨਹਿਰੂ ਨੇ ਇੰਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਬੜੀ ਪ੍ਰੋਟੈਸਟ ਹੋਈ ਸੀ। ਨਾਰਥ ਨੇ ਜਾਂ ਤਮਿਲਨਾਡੂ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਜੇ ਤੁਸੀਂ ਜ਼ਬਰਦਸਤੀ ਸਾਡੇ 'ਤੇ ਭਾਸ਼ਾ ਇੰਪੋਜ਼ ਕਰੋਗੇ ਅਸੀਂ ਅਲੱਗ ਹੋ ਜਾਵਾਂਗੇ। ਇਹ ਜਿਹੜੀ ਸੈਪਰੇਟਿਜ਼ਮ ਦੀ ਜਿਹੜੀ ਪਹਿਲਾਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਕਿਹਾ ਜਾਂਦਾ ਜਾਂ ਨਾਰਥ ਈਸਟ ਦੇ ਲੋਕਾਂ ਨੂੰ ਕਿਹਾ ਜਾਂਦਾ, ਇਹ ਨਾਰਾ ਜਾਂ ਇਹ ਆਵਾਜ਼ ਜਾਂ ਸਟ੍ਰਿੰਜੈਂਟ ਵੋਇਸ ਸਭ ਤੋਂ ਪਹਿਲਾਂ ਸਦਰਨ ਸਟੇਟ ਤੋਂ ਆਈ ਸੀ, ਕਿਉਂਕਿ ਉਹ ਆਪਣੀ ਭਾਸ਼ਾ ਨਾਲ ਉਨੇ ਹੀ ਜੁੜੇ ਹੋਏ, ਰਾਦਰ ਸਾਡੇ ਤੋਂ ਜ਼ਿਆਦਾ ਜੁੜੇ ਲੱਗਦੇ ਨੇ। ਪਰ ਇਸ ਲਈ ਉੱਥੇ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਤੁਸੀਂ ਬੱਸ ਚੜ੍ਹਨਾ ਵੀ ਔਖਾ ਹੋ ਜਾਂਦਾ, ਕਿਉਂਕਿ ਹਿੰਦੀ ਵਿੱਚ ਨਹੀਂ ਲਿਖਿਆ ਹੁੰਦਾ, ਅੰਗਰੇਜ਼ੀ ਵਿੱਚ ਨਹੀਂ ਲਿਖਿਆ ਹੁੰਦਾ, ਉਹ ਤਮਿਲ ਦੇ ਵਿੱਚ ਲਿਖਿਆ ਹੁੰਦਾ। ਆਪ ਦੇਖਦੇ ਉੱਥੇ ਜਾ ਕੇ। ਅੱਛਾ ਸਰ, ਹੁਣ ਆਪਾਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰੀਏ, ਚਰਚਾ ਚੱਲੀ ਹੋਈ ਸੀ ਸੋਸ਼ਲ ਮੀਡੀਆ ਦੀ ਗੱਲ, ਆਪਾਂ ਨੂੰ ਪਤਾ ਕਿੰਨੀ ਕੁ ਸਹੀ ਹੁੰਦੀ ਕਿੰਨੀ ਕੁ ਗਲਤ ਹੁੰਦੀ ਹੈ। ਹੁਣ ਚਰਚਾ ਉੱਥੇ ਚੱਲੀ ਹੋਈ ਸੀ ਕਿ ਪਹਿਰਾਵਾ ਬਦਲ ਦਿੱਤਾ ਜਾਏਗਾ, ਤੁਹਾਡਾ ਇੱਕ ਪਹਿਰਾਵਾ ਹੋ ਜਾਊਗਾ। ਜੇ ਕਿਤੇ ਪਬਲਿਕ ਆਪਾਂ ਪਲੇਸ 'ਤੇ ਜਾਂਦੇ ਉੱਥੇ ਪਹਿਰਾਵਾ ਇੱਕ ਹੋਊਗਾ, ਜੇ ਗੌਰਮੈਂਟ ਜੋਬ ਕਰਨੀ ਆ, ਸਕੂਲ ਪੜ੍ਹਨ ਜਾਣਾ, ਉੱਥੇ ਪਹਿਰਾਵਾ ਇੱਕ ਹੋਊਗਾ। ਇੱਥੋਂ ਤੱਕ ਲਿਖਿਆ ਗਿਆ ਕਿ ਬੁਰਕਾ ਵੀ ਨਹੀਂ ਹੋਊਗਾ। ਜੇ ਕੱਲ੍ਹ ਨੂੰ ਬੁਰਕਾ ਵੀ ਨਹੀਂ ਹੋਊਗਾ ਤਾਂ ਫਿਰ ਸਿਰ 'ਤੇ ਪੱਗ ਕਿਵੇਂ ਹੋਏਗੀ ਸਿਰ 'ਤੇ? ਦੇਖੋ, ਇਹ ਤੁਸੀਂ ਕਹਿ ਸਕਦੇ, ਇਹਦਾ ਲੌਜੀਕਲ ਐਕਸਟੈਂਸ਼ਨ ਇਹ ਕਹਿ ਸਕਦੇ ਕਿ ਜੇ ਸਰਕਾਰ ਚਾਹੇ ਤਾਂ ਸਾਰਾ ਮਿਲਟਰੀ ਮੰਗਾ ਇੱਕੋ ਡਰੈਸ ਕਰ ਜਾਏ, ਜਿੱਦਾਂ ਮਾਓ ਨੇ ਕੀਤੀ ਸੀ ਚਾਈਨਾ ਵਿੱਚ। ਡਿਕਟੇਟਰਸ਼ਿਪ ਵਿੱਚ ਹੋ ਜਾਂਦੀ, ਡੈਮੋਕ੍ਰੇਸੀ ਵਿੱਚ ਬਹੁਤ ਔਖੀ ਹੁੰਦੀ ਹੈ, ਕਿਉਂਕਿ ਲੋਕ ਆਪਣੇ ਭਾਸ਼ਾ ਨਾਲ ਅਟੈਚਮੈਂਟ ਰੱਖਦੇ, ਆਪਣੀ ਡਰੈਸ ਨਾਲ ਅਟੈਚਮੈਂਟ ਰੱਖਦੇ, ਆਪਣੇ ਰਹਿਣ ਸਹਿਣ ਤਰੀਕੇ ਨਾਲ ਅਟੈਚਮੈਂਟ ਰੱਖਦੇ। ਹੁਣ ਸਿੱਖਣ ਨੂੰ ਕਿਰਪਾਨ ਤੋਂ ਕਿਵੇਂ ਅਲੱਗ ਕਰੋਗੇ ਤੁਸੀਂ? ਇਸ ਕਰਕੇ ਇੰਨਾ ਤਾਂ ਨਹੀਂ ਇਹ ਖਤਰਾ, ਬਟ ਇਹ ਇਸ ਟੈਂਡੈਂਸੀ ਵੱਲ ਨੂੰ ਜਿਹੜੀ ਹੈਗੀ ਨਾ ਯੂਨੀਫਾਰਮ ਟੈਂਡੈਂਸੀ ਜਾਂ ਸੈਂਟਰਲਾਈਜ਼ਿੰਗ ਟੈਂਡੈਂਸੀ, ਜਿਹੜੀਆਂ ਸਾਰੀਆਂ ਜਿਹੜੇ ਡਿਕਟੇਟਰਸ ਹੈ ਉਹਨਾਂ ਦੀ ਇੱਕ ਪ੍ਰੋਬਲਮ ਹੈ, ਉਹਨਾਂ ਦਾ ਸਿੱਧਾ ਕਹਿ ਲਓ ਅਨਡਿਵੈਲਪਡ ਮਾਈਂਡ ਕਹਿ ਲਓ, ਛੋਟਾ ਜਿਹਾ ਮਾਈਂਡ ਕਹਿ ਲਓ, ਜਾਂ ਇੱਕ ਬੇਸਿਕਲ ਜਿਹੜਾ ਕੰਪਲੈਕਸਿਟੀ ਨਹੀਂ ਸਮਝ ਸਕਦਾ, ਉਹਨਾਂ ਨੂੰ ਬਲੈਕ ਐਂਡ ਵਾਈਟ ਹੀ ਨਜ਼ਰ ਆਉਂਦਾ। ਤਾਂ ਹਰ ਡਿਕਟੇਟਰ ਚਾਹੁੰਦਾ ਕਿ ਜਿੱਦਾਂ ਚਾਹੁੰਦਾ ਇਹਦਾ ਫੌਜ ਮਗਰ ਇੱਕੋ ਡਰੈਸ ਹੋ ਜਾਏ। ਮਾਓ ਨੇ ਕੀਤਾ, ਰਸ਼ੀਆ ਵਿੱਚ ਜਿੱਥੇ ਕਮਿਊਨਿਜ਼ਮ ਹੈ ਉੱਥੇ ਵੀ ਕੀਤਾ, ਮਸੋਲਿਨੀ ਨੇ ਵੀ ਕੀਤਾ ਕਿ ਸਾਰੇ ਮਿਲਟਰੀ ਮੰਗ ਬਣਾ ਲਓ, ਮਿਲਟਰੀ ਮੰਗ ਡਿਸਪਲਿਨ ਕਰੋ, ਹਰ ਬੰਦੇ ਨੂੰ ਫੌਜ 'ਚ ਭੇਜ ਦਿਓ, ਹਰ ਬੰਦੇ ਨੂੰ ਉਨੀ ਤਨਖਾਹ ਲਾ ਦਿਓ, ਹਰ ਬੰਦੇ ਜਿੱਦਾਂ ਕਿ ਇੱਕੋ ਗਾਣਾ ਗਾਉਣ। ਇਹ ਸਾਰੀਆਂ ਗੱਲਾਂ ਡਿਕਟੇਟਰਸ਼ਿਪ ਵਿੱਚ ਪੋਸੀਬਲ ਹੈ। ਔਰ ਜਿੱਥੇ ਇਸ ਵੇਲੇ ਸਰਕਾਰ ਦਾ ਜਿਹੜਾ ਮਾਈਂਡ ਸੈਟ ਹੈ ਉਹ ਡਿਕਟੇਟੋਰੀਅਲ ਹੈ। ਉਹ ਸੋਚਦੇ ਹੈ ਕਿ ਜੋ ਅਸੀਂ ਸੋਚਦੇ ਹਾਂ ਉਹੀ ਠੀਕ ਹੈ, ਉਹੀ ਬੈਸਟ ਹੈ। ਹਾਲਾਂਕਿ ਇਹਨਾਂ ਦਾ ਇਲੈਕਸ਼ਨ ਏਜੰਡਾ ਸੀ 1950 55 ਵੀ 70 75 ਸਾਲ ਪਹਿਲਾਂ ਦਾ, ਉਹਨੂੰ ਹੁਣ ਇੰਪਲੀਮੈਂਟ ਕਰਨਾ ਜਦੋਂ ਕਿ ਇੰਨਾ ਲੰਬੀ ਯਾਤਰਾ ਮੁਲਕ ਕਰ ਚੁੱਕਾ ਹੈ ਹਰ ਪਾਸੇ, ਤਾਂ ਉਹਨੂੰ ਹੁਣ ਵਾਪਸ ਰਿਵਾਈਂਡ ਕਰਕੇ ਕਹਿਣਾ ਕਿ ਅੱਜ ਅਸੀਂ ਯੂਨੀਫਾਰਮ ਸਿਵਲ ਕੋਡ ਕਰਨ ਦੇ ਤਿਆਰ ਹੈ ਜਾਂ ਬਿੱਲ ਬਣਾਵਾਂਗੇ ਜਾਂ ਕਾਨੂੰਨ ਬਣਾਵਾਂਗੇ, ਕਿਉਂਕਿ ਅਸੀਂ 1950 ਵਿੱਚ ਜਾਂ 60 ਵਿੱਚ ਕਿਹਾ ਸੀ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਬਣਾਵਾਂਗੇ। ਹੁਣ ਯੂਨੀਫਾਰਮ ਸਿਵਲ ਕੋਡ ਦੇ ਦੇਸ਼ ਨੂੰ ਫਾਇਦਾ ਕੀ ਹੈ? ਲੈਟ ਅਸ ਇੱਕ ਵੀ ਫਾਇਦਾ ਹੋਏਗਾ, 1 ਰੁਪਏ ਦੀ ਕੋਈ ਇਨਕਮ ਵਧੇਗੀ ਸਾਡੀ, ਸਾਨੂੰ ਕੋਈ ਫਰਕ ਪਏਗਾ? ਮੁਸਲਮਾਨ ਟ੍ਰੈਡੀਸ਼ਨਲੀ ਇੱਕ ਤਰੀਕੇ ਨਾਲ ਵਿਆਹ ਕਰਾਉਂਦੇ ਨੇ, ਉਹਨਾਂ ਦੇ ਡਿਵੋਰਸ ਦੇ ਗਰਾਊਂਡਸ ਅਲੱਗ ਨੇ। ਤੁਸੀਂ ਕਹਿੰਦੇ ਆ ਕਿ ਜਿਸ ਤਰ੍ਹਾਂ ਹਰ ਬੰਦਾ ਜਿਹਦਾ ਵਿਆਹ ਜਿੱਦਾਂ ਮਰਜ਼ੀ ਉਹ ਕਰੇ, ਉਹਦਾ ਡਿਵੋਰਸ ਇੱਕੋ ਤਰੀਕੇ ਨਾਲ ਹੋਏਗਾ ਜਿਹੜਾ ਡਿਸਟ੍ਰਿਕਟ ਕੋਰਟ ਵਿੱਚ ਜਾਣਾ ਹੋਏਗਾ। ਉਹਦਾ ਨੁਕਸਾਨ ਦੇਖੋ ਕਿੰਨਾ। ਆਪਾਂ ਡੌਰੀ ਡੈਥ ਹਿੰਦੂਆਂ ਵਿੱਚ ਆਮ ਸੁਣੀ ਹੈ, ਪਿਛਲੇ 75 ਸਾਲ ਤੋਂ ਅਸੀਂ ਰੋਕ ਨਹੀਂ ਸਕੇ, ਡੌਰੀ ਵੀ ਨਹੀਂ ਰੋਕ ਸਕੇ, ਸਿੱਖਾਂ ਵਿੱਚ ਮਿਲਦੀ ਹੈ, ਮਗਰ ਇੱਕ ਵੀ ਡੌਰੀ ਡੈਥ ਦੀ ਕੋਈ ਖਬਰ ਹੀ ਨਹੀਂ ਆਉਂਦੀ ਕਿ ਮੁਸਲਮਾਨ ਕਮਿਊਨਿਟੀ ਦੇ ਵਿੱਚ ਕੋਈ ਡੌਰੀ ਡੈਥ ਹੁੰਦੀ, ਕੋਈ ਟੌਰਚਰ ਉੱਦਾਂ ਦਾ ਹੁੰਦਾ ਹੋਵੇ, ਕਿਤੇ ਕੁੜੀ ਨੂੰ ਸੁਸਾਈਡ ਕਰਨਾ ਪੈ ਰਿਹਾ ਹੋਵੇ ਕੰਪਲਸ਼ਨ, ਕਿ ਉਹਦੇ ਪੇਰੈਂਟਸ ਜਾਂ ਉਹ ਤੋਂ ਡਿਮਾਂਡ ਕੀਤੀ ਜਾ ਰਹੀ ਹੋਵੇ। ਇਹ ਆਮ ਜੇ ਹਲੇ ਵੀ ਆਮ ਹੈ, 75 ਸਾਲ ਬਾਅਦ ਵੀ ਸਾਡੇ ਕੋਲ ਆਮ ਕੇਸ ਆਉਂਦੇ ਡੌਰੀ ਡੈਥ 'ਤੇ। ਡੌਰੀ ਡੈਥ ਅਸੀਂ ਕ੍ਰਿਮੀਨਲ ਲਾਅ 'ਚ ਅਮੈਂਡ ਕੀਤਾ ਹੈ ਕਿ ਜਿਹੜੀ ਕੁੜੀ ਕਿਸੇ ਵੀ ਤਰੀਕੇ ਨਾਲ ਮਰ ਜਾਏ ਔਰ ਉੱਤੇ ਇਸ ਲਈ ਤੰਗ ਕੀਤਾ ਜਾ ਰਿਹਾ ਹੋਵੇ ਕਿ ਉਸ ਤੋਂ ਡੌਰੀ ਮੰਗੀ ਜਾਵੇ, ਇਸ ਕਰਕੇ ਮਜਬੂਰ ਹੋ ਕੇ ਆਪਣੀ ਉਹ ਲਾਈਫ ਅੰਤ ਵੀ ਕਰ ਲਵੇ, ਤਾਂ ਉਹਨੂੰ ਉਨੀ ਕੈਦ ਸਜ਼ਾ ਮਿਲੇਗੀ ਜਿੰਨੀ ਉਮਰ ਕੈਦ ਦੀ ਹੁੰਦੀ, ਜਿੰਨੀ ਮਰਡਰ ਦੀ ਹੁੰਦੀ। ਸਾਨੂੰ ਇੰਨੀ ਮਜਬੂਰੀ ਹੈ ਸਾਡੇ ਸਮਾਜ ਵਿੱਚ, ਸਾਡੇ ਵੈਲਿਊ ਸਿਸਟਮ ਦੇ ਵਿੱਚ, ਜਿਹੜਾ ਹਿੰਦੂ ਵੈਲਿਊ ਸਿਸਟਮ ਵਿੱਚ, ਕਿ ਉੱਥੇ ਡੌਰੀ ਡੈਥ ਔਰ ਉਹਨੂੰ ਤੰਗ ਕਰਨਾ ਬੜਾ ਕਾਮਨ ਚੀਜ਼ ਹੈ।
ਇਹ ਮੁਸਲਿਮ ਸਮਾਜ ਹੈ ਹੀ ਨਹੀਂ ਹੈ। ਅੱਛਾ ਸਰ, ਇੱਕ ਹੋਰ ਵੀ ਕਿਉਂ ਨਹੀਂ ਹੈ? ਕਿਉਂਕਿ ਉਹਨਾਂ ਦੇ ਡਾਈਵੋਰਸ ਲਾਜ਼ ਡਿਫਰੈਂਟ ਹੈ, ਉਹਨਾਂ ਦੇ ਮੈਰਿਜ ਸਿਸਟਮ ਅਲੱਗ ਹੈ। ਉੱਥੇ ਉਹ ਜਿਹੜੀ ਮੇਨਟੇਨੈਂਸ ਉਹ ਪਹਿਲਾਂ ਦਿੰਦੇ ਨੇ ਔਰ ਉਸ ਤੋਂ ਬਾਅਦ ਡਾਈਵੋਰਸ ਈਜ਼ੀ ਹੈ, ਇਸ ਕਰਕੇ ਕਿਸੇ ਲੋੜ ਨਹੀਂ ਪੈਂਦੀ। ਸੋ ਇਹ ਨਹੀਂ ਹੈ ਕਿ ਇਹਦੇ ਵਿੱਚ ਕੋਈ ਬਰਾਬਰਤਾ ਨਹੀਂ ਹੋ ਜਾਂਦੀ ਕਿ ਸਿਟੀਜ਼ਨ ਬਰਾਬਰ ਹੋ ਜਾਣਗੇ ਜਾਂ ਬੜੀ ਬਰਾਬਰਤਾ ਆ ਜਾਏਗੀ। ਇਹ ਤੁਸੀਂ ਹੈ ਕਿ ਇੱਕ ਦੋਨੋਂ ਅਲੱਗ-ਅਲੱਗ ਚੀਜ਼ਾਂ ਨੂੰ ਜੋੜ ਕੇ ਜੋ ਖਿਚੜੀ ਬਣਾਓਗੇ ਉਹਦਾ ਨੁਕਸਾਨ ਜ਼ਿਆਦਾ ਹੋਏਗਾ, ਫਾਇਦਾ ਬਿਲਕੁਲ ਨਹੀਂ ਹੋਏਗਾ। ਸਰ ਹੁਣ ਆਪਾਂ ਦੇਖਦੇ ਹਾਂ ਕਿ ਸਿੱਖ ਹਮੇਸ਼ਾ ਕਹਿੰਦਾ ਕਿ ਅਸੀਂ ਹਿੰਦੂ ਨਹੀਂ ਹੈਗੇ। ਜੇ ਆਪਾਂ ਕਾਨੂੰਨ ਦੀ ਗੱਲ ਕਰੀਏ ਕਿ ਕਾਨੂੰਨ ਦੇ ਵਿੱਚ ਸਿੱਖ ਹਿੰਦੂ ਨੇ? ਹਿੰਦੂ ਦੀ ਡੈਫੀਨੇਸ਼ਨ ਜਿਹੜੀ ਦਿੰਦੇ ਹੈ ਉਹ ਬੜੀ ਵਾਈਡ ਹੈ ਕਿ ਜਿਹੜਾ ਬੰਦਾ ਮੁਸਲਿਮ, ਕ੍ਰਿਸਚੀਅਨ ਔਰ ਪਾਰਸੀ ਨਹੀਂ ਹੈ ਉਹ ਸਾਰੇ ਹਿੰਦੂ ਹੈ। ਸੋ ਸਾਰੇ ਰੈਜ਼ੀਡੂਅਲ ਬੰਦੇ ਹਿੰਦੂ ਹੈ। ਔਰ ਜਦੋਂ ਕਹਿੰਦੇ ਕਿ ਜਦੋਂ ਅਸੀਂ ਹਿੰਦੂ ਦਾ ਮਤਲਬ ਹੈ ਹਿੰਦੂ ਧਰਮ, ਸਿੱਖ ਧਰਮ, ਬੁੱਧਿਸਟ ਧਰਮ ਅਤੇ ਜੈਨ ਧਰਮ ਵੀ। ਹਾਲਾਂਕਿ ਜੇ ਤੁਸੀਂ ਬਿਲਕੁਲ ਇੰਪਾਰਸ਼ੀਅਲ ਲੀਗਲੀ ਦੇਖੋ ਤਾਂ ਉਹ ਇਹੀ ਕਹਿ ਰਹੇ ਨੇ ਕਿ ਜਿੰਨੇ ਹੱਕ ਹਿੰਦੂ ਧਰਮ ਦੇ ਹੈ ਉਹਨੇ ਹੱਕ ਸਿੱਖ ਧਰਮ ਦੇ, ਉਹਨੇ ਹੀ ਜੈਨ ਧਰਮ ਦੇ, ਉਹਨੇ ਹੀ ਬੁੱਧਿਸਟ ਧਰਮ ਦੇ। ਮਗਰ ਜੇ ਤੁਸੀਂ ਕਲਚਰਲੀ ਦੇਖੋ, ਹੁਣ ਜੇ ਚੀਜ਼ ਇਹ ਥਾਟ ਜੇ ਤੁਸੀਂ ਇੰਪਲੀਮੈਂਟ ਕਰੋ ਯੂਨੀਫਾਰਮ ਸਿਵਲ ਕੋਡ ਵਿੱਚ, ਤਾਂ ਇਹਦਾ ਮਤਲਬ ਹੈ ਜੋ ਹਿੰਦੂ ਕਰੇਗਾ ਬਾਕੀ ਸਾਰੇ ਉੱਦਾਂ ਹੀ ਕਰਨਗੇ। ਇਹ ਹਿੰਦੂ ਰਾਸ਼ਟਰ ਦੇ ਵੱਲ ਚੱਲਣ ਵਾਲਾ ਪਹਿਲਾ ਕਦਮ ਹੈ। ਹਾਲਾਂਕਿ ਇਹ ਸਿੱਧਾ ਕੁਛ ਨਹੀਂ ਕਹੇਗਾ। ਜਿਸ ਤਰ੍ਹਾਂ ਆਪਾਂ ਜਦੋਂ ਲਿਖਤਾ ਕਿ ਹਿੰਦੂ ਮੀਨਸ ਸਿੱਖ, ਬੁੱਧਿਸਟ, ਜੈਨ ਆਲਸੋ, ਉਹਦਾ ਐਂਡ ਆਲ ਵਿਲ ਇੰਜੋਏ ਦਾ ਸੇਮ ਰਾਈਟਸ। ਸੋ ਉਹਦੇ ਲੱਗਦਾ ਹੈ ਕਿ ਤੁਸੀਂ ਸਿਰਫ ਇੱਕ ਤਰ੍ਹਾਂ ਦਾ ਸ਼ਾਰਟ ਫਾਰਮ ਯੂਜ਼ ਕੀਤਾ ਹੈ, ਜੋ ਹਰ ਜਗ੍ਹਾ ਲਿਖਣ ਬਜਾਏ ਹਿੰਦੂ, ਸਿੱਖ, ਬੁੱਧਿਸਟ ਐਂਡ ਜੈਨ, ਉਹ ਤੁਸੀਂ ਇੱਕ ਸ਼ਬਦ ਲਗਾਤਾ ਹਿੰਦੂ, ਐਂਡ ਬਾਕੀ ਸਾਰੇ ਜਿਹੜੇ ਕਿ ਮੁਸਲਿਮ, ਕ੍ਰਿਸਚੀਅਨ, ਪਾਰਸੀ ਨਹੀਂ ਹੈ। ਇਹ ਇੱਕ ਤਰੀਕੇ ਨਾਲ ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਬੜਾ ਸ਼ਾਰਟ ਵੇ ਆਫ ਰਾਈਟਿੰਗ ਹੈ, ਇਹ ਰਾਈਟਿੰਗ ਟੈਕਨੀਕ ਹੈ, ਬਟ ਇੱਦਾਂ ਨਹੀਂ ਹੈ। ਸ਼ੁਰੂਆਤ ਹੈ ਕਿ ਜੋ ਤੁਸੀਂ ਕਹਿ ਤਾਂ ਸ਼ੁਰੂ ਕਰਤਾ ਕਿ ਹਿੰਦੂ ਮੀਨਸ ਸਿੱਖ, ਬੁੱਧਿਸਟ ਐਂਡ ਜੈਨ ਆਲਸੋ, ਐਂਡ ਜਦੋਂ ਯੂਨੀਫਾਰਮ ਸਿਵਲ ਕੋਡ ਬਣਾ ਲਓਗੇ ਤੁਸੀਂ ਕਹੋਗੇ ਕਿ ਜੋ ਚੀਜ਼ ਵੀ ਇਹ ਕਾਨੂੰਨ ਬਣੇਗਾ ਔਰ ਉਹ ਕਾਨੂੰਨ ਮੈਜੋਰਟੀ ਕਮਿਊਨਿਟੀ ਦੇ ਵੈਲਿਊ ਸਿਸਟਮ 'ਤੇ ਬਣਦਾ ਸੀ। ਹਰ ਕਾਨੂੰਨ ਦੇ ਪਿੱਛੇ ਬੜੀ ਹਿਸਟਰੀ ਹੁੰਦੀ ਹੈ। ਜਦੋਂ ਹਿੰਦੂ ਮੈਰਿਜ ਐਕਟ ਹੈ, ਹਿੰਦੂ ਦੀਆਂ ਸੈਰੇਮਨੀਆਂ ਬੜੀਆਂ ਅਲੱਗ ਹੁੰਦੀਆਂ ਔਰ ਬੜੇ ਲੰਬੀ ਹਿਸਟਰੀ। ਜਦੋਂ ਮੈਜੋਰਟੀ ਕਮਿਊਨਿਟੀ ਦੇ ਸਾਹਮਣੇ ਇੱਕ ਯੂਨੀਫਾਰਮ ਸਿਵਲ ਕੋਡ ਬਣਾਉਣਗੇ, ਹੁਣ ਉਹਨੂੰ ਹਿੰਦੂ ਮੈਰਿਜ ਐਕਟ ਨਹੀਂ ਕਹਿਣਗੇ, ਉਹ ਕਹਿਣਗੇ ਇੰਡੀਆ ਮੈਰਿਜ ਐਕਟ ਜਾਂ ਭਾਰਤ ਮੈਰਿਜ ਐਕਟ, ਇਹ ਕਹਿਣਗੇ। ਮਗਰ ਉਹਦੇ ਵਿੱਚ ਸਾਰੀਆਂ ਐਸੈਂਸ਼ੀਅਲ ਐਲੀਮੈਂਟਸ ਤਾਂ ਮੈਜੋਰਟੀ ਕਮਿਊਨਿਟੀ ਦੇ ਹੋਣਗੀਆਂ। ਹੁਣ ਉਸ ਤੁਸੀਂ ਇੰਪੋਜ਼ ਕਰੋਗੇ ਨੌਨ ਹਿੰਦੂਸ ਨੂੰ, ਜਦ ਜਾਂ ਮੁਸਲਿਮਾਂ ਉੱਤੇ ਜਾਂ ਕ੍ਰਿਸਚਨਸ ਉੱਤੇ, ਔਰ ਸਭ ਦੀ ਯਾਤਰਾ ਬੜੀ ਅਲੱਗ-ਅਲੱਗ ਆਈ ਹੈ। ਸਾਰੀ ਜਿਹੜੀ ਡਾਇਵਰਸਿਟੀ ਹੈ, ਜਿਹੜੀ ਇਸ ਕੰਟਰੀ ਦੀ ਜਿਹੜੀ ਵਾਈਬ੍ਰੈਂਸੀ ਹੈ, ਉਹ ਸਾਰੀ ਅਲੱਗ-ਅਲੱਗ ਰਹਿਣ ਕਰਕੇ, ਅਲੱਗ-ਅਲੱਗ ਕਲਚਰ ਕਰਕੇ, ਅਲੱਗ-ਅਲੱਗ ਰਸਤਿਆਂ ਤੋਂ ਉਹਨਾਂ ਦੇ ਧਰਮ ਨੇ ਟਰੈਵਲ ਕੀਤਾ ਤਾਂ ਕਿਤੇ ਬਣੀ ਹੈ। ਜੇ ਤੁਸੀਂ ਇਹਨਾਂ ਨੂੰ ਇੱਕੋ ਤਰੀਕੇ ਨਾਲ ਬਣਾ ਦੋਗੇ ਤਾਂ ਤੁਸੀਂ ਇੱਕ ਤਰ੍ਹਾਂ ਦਾ ਇਨਵਾਈਟ ਕਰੋਗੇ ਰਿਬੈਲੀਅਨ ਵੀ ਅਤੇ ਰੈਜ਼ਿਸਟੈਂਸ ਵੀ, ਅਤੇ ਸਿਵਲ ਲਾਜ਼ ਨੂੰ ਇੰਪਲੀਮੈਂਟ ਕਰਨਾ ਵੀ ਔਖਾ ਹੋ ਜਾਏਗਾ। ਸਰ ਆਪਾਂ ਦੇਖਦੇ ਹਾਂ ਕਿ ਆਖਰੀ ਸਵਾਲ ਆਪਾਂ ਦੇਖਦੇ ਹਾਂ ਕਿ ਚਰਚਾ ਚੱਲ ਪੈਂਦੀ ਹਿੰਦੂ ਰਾਸ਼ਟਰ ਦੀ, ਬੋਲਦੇ ਵੀ ਨੇ, ਸੋਸ਼ਲ ਮੀਡੀਆ 'ਤੇ ਵੀਡੀਓ ਵੀ ਆਉਂਦੀਆਂ ਨੇ। ਹੁਣ ਲੱਗਦਾ ਵੀ ਕਾਗਜ਼ੀ ਪੱਖ ਪਾਸੇ ਜਾਣਾ ਚਾਹੁੰਦੇ ਨੇ ਹਿੰਦੂ ਰਾਸ਼ਟਰ ਬਣਾਉਣ ਨੂੰ, ਜਿਵੇਂ ਯੂਨੀਫਾਰਮ ਸਿਵਲ ਕੋਡ ਹੋ ਗਿਆ, ਜਾਂ ਤੁਸੀਂ ਹੁਣ ਚਰਚਾ ਕੀਤੀ ਹੈ ਕਿ ਹਿੰਦੂ ਐਕਟ ਕੀ ਹੈ ਜਾਂ ਸਿੱਖ ਐਕਟ ਕੀ ਹੈ, ਮੁਸਲਮਾਨ ਐਕਟ ਕੀ ਹੈ, ਇਹ ਕਾਗਜ਼ਾਂ ਪੱਖੋਂ ਜਾ ਕੇ ਸਟਰੋਂਗ ਹੋਣਾ ਚਾਹੁੰਦੇ ਨੇ। ਦੇਖੋ, ਜੋ ਵੀ ਜਦੋਂ ਤੁਸੀਂ ਕੋਈ ਇਹੋ ਚੀਜ਼ ਕਰਨੀ ਚਾਹੁੰਦੇ, ਤੁਹਾਨੂੰ ਪਤਾ ਕਿ ਤੁਹਾਡੇ ਦੇਸ਼ ਦੇ ਲੋਕਾਂ ਨੂੰ ਸਵੀਕਾਰ ਨਹੀਂ ਹੈ ਸਭ ਨੂੰ, ਉਦੋਂ ਫਿਰ ਤੁਸੀਂ ਧੋਖੇ ਨਾਲ ਉਹ ਚੀਜ਼ ਕਰਦੇ ਆ ਜਿਹਨੂੰ ਆਪਾਂ ਡਿਸੈਪਸ਼ਨ ਕਹਿੰਦੇ ਹਾਂ। ਤੁਸੀਂ ਕਰਦੇ ਕੁਛ ਹੋਰ ਹੈ, ਕਹਿੰਦੇ ਕੁਛ ਹੋਰ ਹੈ, ਤੁਹਾਡਾ ਮਤਲਬ ਜਾਂ ਇੰਟੈਂਟ ਕੁਛ ਹੋਰ ਹੁੰਦਾ, ਜਿਹਨੂੰ ਆਪਾਂ ਕਹਿੰਦੇ ਕ੍ਰਿਮੀਨਲ। ਆਇਆ ਤਾਂ ਤੁਹਾਡੇ ਘਰ ਆਇਆ ਰੋਟੀ ਮੰਗਣ, ਚੋਰੀ ਕਰਕੇ ਚਲਾ ਗਿਆ, ਇੰਟੈਂਸ਼ਨ ਅੰਦਰ ਸੀ ਉਹਦੀ ਚੋਰ ਦੀ, ਮੰਗਣ ਆਇਆ ਸੀ ਐਜ਼ ਅ ਸੰਨਿਆਸੀ, ਇੱਦਾਂ ਹੁੰਦਾ ਨਾ। ਅਤੇ ਜਦੋਂ ਕੋਈ ਪੋਲੀਟੀਕਲੀ ਡਿਸਓਨੈਸਟ ਹੋ ਜਾਂਦਾ ਹੈ, ਹੁਣ ਕਲੀਅਰ ਹੈ, ਇਹਦੇ ਵਿੱਚ ਕੋਈ ਡਾਊਟ ਹੀ ਨਹੀਂ ਹੈ। ਇਹਨਾਂ ਦੇ ਸਾਰੇ ਮਦਰਲੈਂਡ 'ਤੇ ਇਹਨਾਂ ਦੇ ਸਾਰੇ ਰਾਈਟਰਸ ਦੇ, RSS ਹਰ ਮੇਜਰ ਲੀਡਰ ਦੇ ਜੇ ਤੁਸੀਂ ਪੜ੍ਹੋ ਥਾਟਸ ਤਾਂ ਕਲੀਅਰ ਹੈ ਕਿ ਉਹ ਇੰਡੀਆ ਨੂੰ ਜਾਂ ਇਸ ਸਬ ਕੰਟੀਨੈਂਟ ਨੂੰ ਜਾਂ ਵੱਡੇ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਦੇਖਦੇ ਹੈ, ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ। 75 ਸਾਲ ਜਾਂ 100 ਸਾਲ ਇਹਨਾਂ ਨੇ ਇਹ ਆਈਡੀਆ ਪ੍ਰੋਪੇਗੇਟ ਕੀਤਾ, ਬੜੀ ਮੁਸ਼ਕਿਲ ਨਾਲ ਹੁਣ ਪਾਵਰ ਵਿੱਚ ਆਏ ਨੇ ਔਰ ਉਹਨੂੰ ਹਰ ਸੰਭਵ ਕੋਸ਼ਿਸ਼ ਨਾਲ ਇੰਪਲੀਮੈਂਟ ਕਰਨਾ ਚਾਹੁੰਦੇ ਨੇ। ਜੇ ਬਾਏ ਵੈਸੇ ਨਹੀਂ ਹੋ ਸਕਿਆ ਤਾਂ ਬਾਏ ਫੋਰਸ ਕਰਨਾ ਚਾਹੁੰਦੇ ਨੇ। ਔਰ ਉਹਨਾਂ ਦੀ ਜਿਹੜੀ ਰੈਜ਼ਿਸਟੈਂਸ ਹੈ, ਜਿਹੜੀ ਸਭ ਤੋਂ ਪਹਿਲਾਂ ਕਿਹੜਾ ਤੁਹਾਡਾ ਓਪੋਨੈਂਟ ਤੁਹਾਡੀ ਗੇਮ ਸਮਝਦਾ ਹੈ, ਜਿਹੜਾ ਮੈਜੋਰਟੀ ਕਮਿਊਨਿਟੀ ਉਹਨਾਂ ਨੂੰ ਤਾਂ ਹਾਲੇ ਸਮਝ ਨਹੀਂ ਆ ਰਹੀ ਕਿ ਇਹਦੇ ਕੌਨਸੀਕੁਐਂਸਿਸ ਕੀ ਹੋਣਗੇ। ਉਹਨੂੰ ਲੱਗਦਾ ਕਿ ਸਾਡੇ ਤਾਂ ਸੇਮ ਹੀ ਰਹਿਣਾ, ਫਿਰ ਕੀ ਫਰਕ ਪੈਣਾ, ਤੰਗ ਤਾਂ ਹੋਣਗੇ ਮੁਸਲਿਮ ਹੋਣਗੇ, ਤੰਗ ਤਾਂ ਹੋਣਗੇ ਸਿੱਖ ਹੋਣਗੇ, ਤੰਗ ਤਾਂ ਹੋਣਗੇ ਪਾਰਸੀਜ਼, ਕ੍ਰਿਸਚਨਸ ਹੋਣਗੇ। ਬਟ ਉਹਨਾਂ ਨੂੰ ਉਹ ਨਹੀਂ ਪਤਾ ਕਿ ਜੇ 20% ਜਾਂ 25% ਜਾਂ 22% ਦੇਸ਼ ਦੇ ਨਾਗਰਿਕ ਤੰਗ ਹੋਣਗੇ ਕਿਸੇ ਕਾਨੂੰਨ ਤੋਂ, ਤਾਂ ਉਹਨੂੰ ਫਿਰ ਇਮੀਡੀਏਟਲੀ ਇੰਪਲੀਮੈਂਟ ਕਰਨਾ ਇੰਪੋਸੀਬਲ ਹੋ ਜਾਏਗਾ।
ਦੇਸ਼ ਦੀ ਜਿਹੜੀ ਸਾਰੀ ਇਕਨੋਮਿਕ ਪ੍ਰੋਸਪੈਰਿਟੀ ਖਰਾਬ ਹੋ ਜਾਂਦੀ ਹੈ ਜੋ 20% ਬੰਦੇ ਐਜੀਟੇਟ ਕਰਨ ਲੱਗ ਪੈਣ ਕਿਸੇ ਚਾਹੇ ਭਾਸ਼ਾ ਦੇ ਖਿਲਾਫ ਚਾਹੇ ਕਿਸੇ ਤੁਹਾਡੇ ਕਾਨੂੰਨ ਦੇ ਖਿਲਾਫ। ਤੁਸੀਂ ਆਪ ਦੇਖਿਆ ਕਿੰਨੀ ਮੇਜਰ ਕੋਸਟ ਕੰਟਰੀ ਨੂੰ ਪੇ ਕਰਨੀ ਪੈਂਦੀ ਜਦੋਂ ਲਾਰਜ ਕੰਟਰੀ ਪ੍ਰੋਟੈਸਟ ਕਰ ਰਿਹਾ ਹੋਵੇ। ਜਿੱਦਾਂ ਹੁਣ ਕਿਸਾਨ ਅੰਦੋਲਨ ਨੇ 1 ਸਾਲ ਲਈ ਤੁਹਾਡੇ ਨੈਸ਼ਨਲ ਹਾਈਵੇ ਬੰਦ ਕਰੇ ਤਾਂ ਤੁਹਾਨੂੰ ਲੱਗਦਾ ਕਿ ਇਹਦਾ ਕੋਈ ਇਕਨੋਮਿਕ ਲਾਸ ਨਹੀਂ ਹੋਇਆ? ਜੇ ਅਸੀਂ 2 ਗੁਣਾ ਜ਼ਿਆਦਾ 9 ਸਾਲਾਂ ਵਿੱਚ ਤੁਹਾਨੂੰ ਡੈਟ ਲੈਣਾ ਪਿਆ, ਪਬਲਿਕ ਡੈਟ 55 ਲੱਖ ਕਰੋੜ ਸੀ ਸਾਡਾ ਡੈਟ 1914 ਤੱਕ, ਤੇ 14 ਤੋਂ ਲੈ ਕੇ 2000 ਹੁਣ 9 ਸਾਲਾਂ ਵਿੱਚ ਸਾਡਾ ਡੈਟ ਹੋ ਗਿਆ 1.5 ਲੱਖ ਕਰੋੜ, 3 ਗੁਣਾ ਜ਼ਿਆਦਾ। ਜੋ ਪਹਿਲਾਂ ਸੀ 55 ਲੱਖ ਤਾਂ ਹੁਣ ਹੈਗਾ 1,50,000, ਆਲਮੋਸਟ ਡਬਲ ਹੋ ਗਿਆ। ਕਿਉਂ ਹੋਇਆ? ਕਿਉਂਕਿ ਸਾਰੀ ਕੰਟਰੀ ਵਿੱਚ ਐਜੀਟੇਸ਼ਨ ਫੈਲੀ ਹੋਈ, ਸਾਰੇ ਕੰਟਰੀ ਦੇ ਵਿੱਚ ਇੱਕ ਐਪਰੀਹੈਂਸ਼ਨ ਹੈ। ਉਹ ਰਾਤ ਦਿਨ ਆਪਣੇ ਕੰਮ ਕਰਨ ਦੇ ਬਜਾਏ, ਰੋਟੀ ਕਮਾਉਣ ਦੇ ਬਜਾਏ, ਪੈਸਾ ਕਮਾਉਣ ਦੇ ਬਜਾਏ, ਪ੍ਰੋਸਪੈਰਿਟੀ ਕ੍ਰੀਏਟ ਕਰਨ ਦੇ ਬਜਾਏ ਆਪਣੇ ਹੱਕਾਂ ਨੂੰ ਬਚਾਉਣ ਦੇ ਹੀ ਲੱਗੇ ਹੋਏ। ਸੋ ਜਦੋਂ ਬਹੁਤ ਵੱਡਾ ਸੈਕਸ਼ਨ ਪ੍ਰੋਟੈਸਟ ਦੇ ਵਿੱਚ ਪੈ ਜਾਂਦਾ ਉਦੋਂ ਸਰਕਾਰ ਦੇ ਰਿਸੋਰਸਿਸ ਵੀ ਉਨੇ ਲੱਗਦੇ ਨੇ। ਇੱਕ ਪ੍ਰੋਟੈਸਟ, ਹੁਣ ਮਣੀਪੁਰ ਪ੍ਰੋਟੈਸਟ ਹੋ ਰਿਹਾ ਤਾਂ ਸਭ ਕੁਝ ਰੁਕਿਆ ਹੋਇਆ, ਦੇਸ਼ ਤਾਂ ਗਰੀਬ ਹੋ ਰਿਹਾ ਨਾ। ਸੋ ਜਦੋਂ ਕੋਈ ਸਮਾਜ ਸ਼ਾਂਤੀ ਵਿੱਚ ਅੱਗੇ ਰਹਿੰਦੀ ਹੈ ਤਾਂ ਉੱਥੇ ਪ੍ਰੋਗਰੈਸ ਹੁੰਦੀ ਹੈ। ਜਿੱਥੇ ਅਸ਼ਾਂਤੀ ਪੈਂਦੀ, ਚਾਹੇ ਕਾਰਨ ਕੋਈ ਵੀ ਹੋਵੇ, ਪ੍ਰੋਟੈਸਟ ਕੋਈ ਵੀ ਮੁੱਦਾ ਹੋਵੇ, ਇਹ ਸਰਕਾਰ ਨੇ ਕੰਟੀਨਿਊਸਲੀ ਮੁੱਦੇ ਦਿੱਤੇ ਹੋਏ ਕਿ ਕੁਛ ਨਾ ਕੋਈ ਸੈਕਸ਼ਨ ਐਜੀਟੇਟਡ ਰਹਿੰਦਾ। ਅੱਜ ਮਣੀਪੁਰ ਐਜੀਟੇਟਡ ਹੈ, ਕੱਲ੍ਹ ਕਸ਼ਮੀਰ ਐਜੀਟੇਟਡ ਹੈ, ਪਹਿਲਾਂ ਪੰਜਾਬ ਐਜੀਟੇਟਡ ਸੀ, ਅਮੈਂਡਮੈਂਟ ਐਕਟ 'ਤੇ ਸਾਰੇ ਮੁਸਲਿਮ ਐਜੀਟੇਟਡ ਸੀ। ਸੋ ਕੋਈ ਨਾ ਕੋਈ ਇਸ਼ੂ 'ਤੇ ਇਹਨਾਂ ਨੇ ਐਜੀਟੇਸ਼ਨ ਕਾਇਮ ਰੱਖਿਓ ਆਪਣੇ ਪੋਲੀਟੀਕਲ ਏਮਸ ਕਰਕੇ। ਜਦੋਂ ਤੁਸੀਂ ਦੇਸ਼ ਨੂੰ ਐਜੀਟੇਸ਼ਨ ਦੇ ਰੱਖਦੇ ਹੋ ਤਾਂ ਉਹਦੀ ਸਭ ਤੋਂ ਵੱਡੀ ਜਿਹੜੀ ਕੌਨਸੀਕੁਐਂਸ ਹੈ ਕਿ ਸਾਰੇ ਬੰਦੇ ਇਕੱਠੇ ਡੁੱਬਦੇ ਨੇ, ਗਰੀਬ ਹੁੰਦੇ ਨੇ, ਔਰ ਫਾਈਨਲੀ ਜਿਹੜੀ ਮੈਜੋਰਟੀ ਕਮਿਊਨਿਟੀ ਚਾਹੁੰਦੀ ਕਿ ਆਪਣੇ ਦੇਸ਼ ਨੂੰ ਅਖੰਡ ਭਾਰਤ ਜਾਂ ਬਹੁਤ ਵੱਡਾ ਦੇਸ਼ ਬਣਾਇਆ ਜਾਵੇ, ਉਹ ਵੀ ਨਾਲ ਹੀ ਡੁੱਬ ਜਾਂਦੇ ਨੇ ਕਿਉਂਕਿ ਇੱਕੋ ਬੰਦਾ ਬਹੁਤ ਹੁੰਦਾ 10 ਬੰਦਿਆਂ ਦੀ ਲੱਤ ਖਿੱਚਣ ਲਈ ਜਾਂ ਉਹਨਾਂ ਨੂੰ ਡੁਬੋਣ ਲਈ। ਸੋ 20% ਪਾਪੂਲੇਸ਼ਨ ਬਹੁਤ ਵੱਡੀ ਹੈ, ਬਾਕੀ 80% ਨੂੰ ਡੁਬੋਣ ਲਈ। ਤਾਂ ਜਿਹੜਾ ਇਸ ਕਰਕੇ ਜਿਹੜੇ ਸਮਝਦਾਰ ਲੀਡਰਸ਼ਿਪ ਤਾਂ ਕਦੀ ਵੀ ਇੱਕ ਬੰਦੇ ਨੂੰ ਨਾਰਾਜ਼ ਨਹੀਂ ਕਰਦੇ, ਇੱਕ ਬੰਦੇ ਨੂੰ ਐਜੀਟੇਟ ਨਹੀਂ ਕਰਦੇ ਕਿ ਉਹਨਾਂ ਨੂੰ ਐਪਰੀਹੈਂਸ਼ਨ ਹੋਵੇ ਕਿ ਸਾਡੇ ਬੱਚਿਆਂ ਦੇ ਕੋਈ ਰਾਈਟਸ ਬਚਣਗੇ ਜਾਂ ਸਾਡੇ ਹੁਣ ਇੱਕ ਹਜ਼ਾਰਾਂ ਸਾਲ ਪੁਰਾਣਾ ਟ੍ਰੈਡੀਸ਼ਨ ਹੈ ਜਾਂ 800 ਸਾਲ ਪੁਰਾਣਾ ਟ੍ਰੈਡੀਸ਼ਨ ਹੈ ਜਾਂ 1000 ਸਾਲ ਪੁਰਾਣਾ ਟ੍ਰੈਡੀਸ਼ਨ ਹੈ, ਉਹਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਜਾਂ ਫਾਇਦਾ ਨਹੀਂ ਹੈ। ਵਿਆਹ ਮੈਂ ਕਿਵੇਂ ਕਰਾਉਣਾ, ਨਾ ਮੈਨੂੰ ਨੁਕਸਾਨ ਹੈ ਨਾ ਫਾਇਦਾ, ਦੂਸਰੀ ਕਮਿਊਨਿਟੀ ਨੂੰ ਕੀ ਨੁਕਸਾਨ ਹੈ? ਸੋ ਇਸ ਜਿਹੜੀ ਸਰਕਾਰ ਇੱਕ ਪਰਟੀਕੂਲਰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਆ, ਉਹ ਦੂਸਰੀ ਕਮਿਊਨਿਟੀ ਦੇ ਇੰਟਰਨਲ ਅਫੇਅਰ ਵਿੱਚ ਇੰਟਰਫੇਅਰ ਕਿਉਂ ਕਰਨਾ ਚਾਹੁੰਦੀ ਹੈ? ਸਭ ਤੋਂ ਪਹਿਲਾਂ ਤਾਂ ਇਹੀ ਡਾਊਟ ਹੈ ਕਿਉਂਕਿ ਬਾਕੀ ਕਮਿਊਨਿਟੀ ਸਮਝਦੇ ਨੇ ਕਿ ਸਰਕਾਰ ਸਾਡੀ ਰਿਪਰੈਜ਼ੈਂਟੇਟਿਵ ਗਵਰਨਮੈਂਟ। ਉਹ ਸਰਕਾਰ ਆਪ ਵੀ ਕਹਿੰਦੇ ਕਿ ਅਸੀਂ ਹਿੰਦੂ ਰਾਸ਼ਟਰ ਦੇ ਇੱਕ ਹਿੰਦੂ ਮੈਜੋਰਟੀ ਦੇ ਰਿਪਰੈਜ਼ੈਂਟੇਟਿਵ ਹੈ। ਉਹਨਾਂ ਦੀ ਸਾਰੀਆਂ ਪਬਲਿਕ ਜਿਹੜੀਆਂ ਸੈਰੇਮਨੀਜ਼ ਹੈ ਉਹ ਸ਼ੋਅ ਕਰਦੇ ਆ ਕੋਈ ਇੱਕ ਪਰਟੀਕੂਲਰ ਰਿਲੀਜਨ ਨੂੰ ਫੋਲੋ ਕਰਦੇ ਆ ਔਰ ਉਹਨੂੰ ਪਬਲਿਕਲੀ ਐਜ਼ ਅ ਪਾਰਟ ਆਫ ਅਫੀਸ਼ੀਅਲ ਪੋਜੀਸ਼ਨ ਦੇ ਵਿੱਚ ਉਹਨੂੰ ਪਬਲਿਸ਼ ਵੀ ਕਰਦੇ ਆ ਐਂਡ ਪ੍ਰਾਈਡ ਵੀ ਲੈਂਦੇ ਨੇ। ਜੇ ਅਸੀਂ ਪਾਰਲੀਮੈਂਟ ਦੇ ਉਦਘਾਟਨ ਦੇਖੇ ਤਾਂ ਕਲੀਅਰਲੀ ਕੋਈ ਮਲਟੀ ਰਿਲੀਜੀਅਸ ਡਿਸਕੋਰਸ ਨਹੀਂ ਸੀ ਉੱਥੇ। ਐਪਰੈਂਟਲੀ ਪ੍ਰਡੋਮੀਨੈਂਟਲੀ ਇੱਕ ਧਾਰਮਿਕ ਸੈਰੇਮਨੀ ਲੱਗ ਰਹੀ ਸੀ ਔਰ ਉਹ ਵੀ ਇੱਕ ਪਰਟੀਕੂਲਰ ਹਿੰਦੂ ਧਰਮ ਦੀ ਧਾਰਮਿਕ ਸੈਰੇਮਨੀ ਲੱਗ ਰਹੀ ਸੀ, ਉਹਦੇ 'ਚ ਕੁਛ ਹੋਰ ਰੂਪ ਨਹੀਂ ਲੱਗ ਰਿਹਾ ਸੀ। ਸੋ ਜੋ ਤੁਸੀਂ ਆਪਣੇ ਹਰ ਪਬਲਿਕ ਫੰਕਸ਼ਨ ਨੂੰ ਇੱਕ ਧਾਰਮਿਕ ਫੰਕਸ਼ਨ ਦਾ ਰੂਪ ਦੇ ਰਹੇ ਹੋ ਔਰ ਉਹ ਇੱਕ ਪਰਟੀਕੂਲਰ ਧਾਰਮਿਕ ਧਰਮ ਦੇ ਬਾਰੇ ਹੈ ਤਾਂ ਉਦੋਂ ਵੀ ਤੁਹਾਡਾ ਜਦੋਂ ਯੂਨੀਫਾਰਮ ਸਿਵਲ ਕੋਡ ਦਾ ਜਿਹੜਾ ਹੈਗਾ ਏਜੰਡਾ ਕਹਿ ਲਓ ਜਾਂ ਤੁਹਾਡਾ ਕਾਨੂੰਨ ਹੈ ਉਸ ਤੋਂ ਇੱਕੋ ਹੀ ਖੁਸ਼ਬੂ ਆਏਗੀ ਜਾਂ ਇੱਕੋ ਹੀ ਬਦਬੂ ਆਏਗੀ, ਜੋ ਉਹਦਾ ਇੱਕੋ ਹੀ ਬੁਰਾ ਅਸਰ ਨਿਕਲੇਗਾ ਕਿ ਦੇਸ਼ ਦੇ ਬਾਕੀ ਲੋਕ ਐਜੀਟੇਟ ਹੋ ਜਾਣਗੇ। ਹਾਲਾਂਕਿ ਕੋਈ ਫਰਕ ਨਹੀਂ ਪੈਂਦਾ, ਵਿਆਹ, ਡਾਈਵੋਰਸ, ਪ੍ਰਾਪਰਟੀ, ਇਹ ਕਮਿਊਨਿਟੀ ਦੇ ਇੰਟਰਨਲ ਜਿਹੜੇ ਕਸਟਮਸ ਦੇ ਹਿਸਾਬ ਨਾਲ ਇਨ ਕਨਫੋਰਮਿਟੀ ਵਿੱਚ ਹੋਣਾ ਚਾਹੀਦਾ ਹੈ। ਰਾਦਰ ਹਰ ਛੋਟੇ ਡਿਸਟ੍ਰਿਕਟ ਨੂੰ ਹੱਕ ਹੋਣਾ ਚਾਹੀਦਾ ਕਿ ਸਾਡੇ ਪੁਰਾਣੇ ਕਸਟਮ ਮੁਤਾਬਕ ਅਸੀਂ ਆਪਣਾ ਕਾਨੂੰਨ ਬਣਾ ਸਕੀਏ। ਚਲੋ ਸਟੇਟ ਨੂੰ ਤਾਂ ਹੱਕ ਹੋਣਾ ਚਾਹੀਦਾ, ਇਹਦੇ ਵਿੱਚ ਇੰਟਰਫੇਰੈਂਸ ਯੂਨੀਅਨ ਗਵਰਨਮੈਂਟ ਦੀ ਜਾਂ ਸੈਂਟਰਲ ਗਵਰਨਮੈਂਟ ਦੀ ਤਾਂ ਨਾਟ ਓਨਲੀ ਅਨਫੋਰਚੂਨੇਟ ਹੈ, ਇਹ ਬਿਲਕੁਲ ਇੰਟਰਫੇਅਰ ਇਹ ਦੇਸ਼ ਨੂੰ 100% ਇੱਕ ਸੈਂਟਰਲ ਅਥਾਰਟੀ ਬਣਾਉਣ ਦੀ ਕੋਸ਼ਿਸ਼ ਹੈ ਈਵਨ ਸਿਵਲ ਮੈਟਰ ਦੇ ਵਿੱਚ। ਤੁਸੀਂ ਸਾਰੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ। ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਤੁਸੀਂ ਸਾਰੀ ਚਰਚਾ ਸੁਣੀ ਹੈ, ਕਾਫੀ ਲੰਮੇ ਸਮੇਂ ਤੋਂ ਇਹ ਮੁੱਦਾ ਭਖ ਰਿਹਾ ਸੀ। ਤਾਂ ਦੇਖਾਂਗੇ ਕਿ ਇਸ ਉੱਪਰ ਚਰਚਾ ਵਧੇਗੀ ਕਿ ਚਰਚਾ ਇੱਥੇ ਰੁਕੇਗੀ, ਅੱਗੇ ਇਲੈਕਸ਼ਨ ਵੀ ਨਾ ਜਾ ਕੇ ਕਿ ਇਲੈਕਸ਼ਨ ਦੇ ਵਿੱਚ ਇਸ ਚੀਜ਼ ਦਾ ਲਾਹਾ ਲਿਆ ਜਾਏਗਾ।